Bless you. Praise the Lord. ਪ੍ਰਭੂ ਦੀ ਵਡਿਆਈ, ਪ੍ਰਭੂ ਦੀ ਸਤੁਤੀ, ਪ੍ਰਭੂ ਦੀ ਜੈ ਜੈਕਾਰ ਕਰਦੇ ਹਾਂ। Yep. ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਉਹਦੀ ਕਿਰਪਾ ਵਾਸਤੇ, ਪਰਮੇਸ਼ਰ ਦੀ ਮਹਿਮਾ ਕਰਦੇ ਹਾਂ ਉਹਦੇ ਪਿਆਰ ਵਾਸਤੇ। Praise the Lord. ਸੱਚਮੁੱਚ ਉਹ ਮਹਾਨ ਪਰਮੇਸ਼ਰ ਜਿਹਨੇ ਸਾਨੂੰ ਬਣਾਇਆ ਤੇ ਉਹਦੇ ਵਾਅਦੇ ਆ ਕਿ ਉਹ ਹਰ ਵੇਲੇ ਆਪਣੇ ਬੱਚਿਆਂ ਦੇ ਨਾਲ ਰਹਿੰਦਾ ਆ। ਸੋ ਅਸੀਂ ਪਰਮੇਸ਼ਰ ਦਾ ਬਹੁਤ ਧੰਨਵਾਦ ਤੇ ਸ਼ੁਕਰ ਕਰਦੇ ਹਾਂ ਕਿ ਅੱਜ ਵੀ ਉਹ ਆਪਣੇ ਨਾਲ ਵਾ ਤੇ ਉਹ ਕਦੀ ਵੀ ਆਪਣੇ ਆਪਾਂ ਨੂੰ ਇਕੱਲੇ ਨਹੀਂ ਛੱਡਦਾ। ਇਹ ਜ਼ਰੂਰ ਹੈਗਾ ਆ ਕਿ ਕਈ ਵਾਰੀ ਅਸੀਂ ਉਹਦੇ ਕੋਲੋਂ ਦੂਰ ਹੋ ਜਾਂਦੇ ਪਰ ਉਹ ਸਾਡੇ ਨਾਲ ਨਾਲ ਰਹਿੰਦਾ ਆ। ਜਿੱਥੇ ਵੀ ਅਸੀਂ ਜਾਂਦੇ ਹਾਂ ਸਾਡੀ ਦੇਖਭਾਲ ਕਰਦਾ ਹੈ, ਸਾਨੂੰ ਗਾਈਡ ਕਰਦਾ ਆ। ਤੇ ਮੈਂ ਪਰਮੇਸ਼ਰ ਜੀ ਦਾ ਪਿਤਾ ਦਾ ਧੰਨਵਾਦ ਕਰਦੀ ਹਾਂ ਅੱਜ ਜੋ ਉਹਨਾਂ ਨੇ ਫਿਰ ਇੱਕ ਮੌਕਾ ਆਪਾਂ ਨੂੰ ਦਿੱਤਾ ਇਸ ਦੁਨੀਆ ਦੇ ਵਿੱਚ ਜੀਣ ਨੂੰ। ਅੱਜ ਮੈਂ ਕਿਸੇ ਨਾਲ ਗੱਲ ਕਰਦੀ ਸੀ, ਉਹ ਬੇਟੀ ਆ, ਬਹੁਤ ਯੰਗ ਜਿਹੀ ਆ। ਉਹ ਕਹਿੰਦੀ ਆਹ ਦੁਨੀਆ ਦੇ ਵਿੱਚ ਅਸੀਂ ਇੱਕ ਸਫ਼ਰ ਕੱਟਦੇ ਹਾਂ ਤੇ ਕਈ ਵਾਰੀ ਸਾਡਾ ਸਫ਼ਰ ਜਿੰਨੀ ਛੇਤੀ ਮੁੱਕਣਾ ਹੁੰਦਾ ਹੈ, ਜਦੋਂ ਮੁੱਕਣਾ ਹੁੰਦਾ ਹੈ ਤੇ ਅਸੀਂ ਇੱਥੋਂ ਛੱਡ ਕੇ ਚੱਲ ਜਾਣਾ ਹੈ। ਇਹ ਗੱਲ ਸੱਚੀ ਆ। ਤੇ ਅੱਜ ਆਪਾਂ ਇੱਕ ਨਿਊਜ਼ ਵੀ ਦੇਖੀ ਹੋਣੀ ਆ ਬਹੁਤਿਆਂ ਨੇ, ਜੋ ਆਪਣੀ ਰਾਣੀ ਦਾ ਹਸਬੈਂਡ ਪ੍ਰਿੰਸ ਫਿਲਿਪਸ ਵੀ ਇਸ ਦੁਨੀਆ ਨੂੰ ਛੱਡ ਕੇ ਚਲ ਗਿਆ। ਰੋਜ਼ ਕਿਸੇ ਨਾ ਕਿਸੇ ਨੂੰ ਜਾਣਾ ਪੈਂਦਾ ਇਸ ਦੁਨੀਆ ਦੇ ਵਿੱਚੋਂ ਤੇ ਇੱਕ ਦਿਨ ਆਪਣੀ ਵੀ ਵਾਰੀ ਆ ਜਾਣੀ ਹੈ। ਇਸੇ ਕਰਕੇ ਸਾਨੂੰ ਜਿਸ ਦਿਨ ਵਿੱਚ ਹੈਗੇ ਆ, ਜਦੋਂ ਅਸੀਂ ਜੀਂਦੇ ਹਾਂ ਉਦੋਂ ਅਸੀਂ ਪਰਮੇਸ਼ਰ ਦਾ ਧੰਨਵਾਦ ਕਰ ਸਕੀਏ, ਕਿਉਂਕਿ ਜਦੋਂ ਅਸੀਂ ਇਸ ਦੁਨੀਆ ਨੂੰ ਛੱਡ ਕੇ ਗਏ ਉਸ ਵੇਲੇ ਸਾਡੇ ਕੋਲ ਟੂ ਲੇਟ ਹੋ ਜਾਣਾ ਹੈ। ਸੋ ਹਰ ਚੀਜ਼ ਦੇ ਵਿੱਚ ਹਰ ਵੇਲੇ ਆਪਾਂ ਜਿਹੜਾ ਪਰਮੇਸ਼ਰ ਨੇ ਆਪਾਂ ਨੂੰ ਪਿਆਰ ਕੀਤਾ ਉਹ ਵੀ ਦੂਜਿਆਂ ਨਾਲ ਵੰਡ ਸਕੀਏ। ਇਸ ਗੱਲ ਨੂੰ ਚੇਤੇ ਰੱਖਦੇ ਹੋਏ ਆਪਣੇ ਦਿਲ ਵਿੱਚ ਕਿ ਇੱਕ ਦਿਨ ਅਸੀਂ ਇਸ ਦੁਨੀਆ ਤੋਂ ਜਾਣਾ ਆ ਤੇ ਅਸੀਂ ਕੀ ਛੱਡ ਕੇ ਜਾਣਾ ਹੈ। ਕਿਹੜੀ ਲੈਗਸੀ ਲੋਕੀ ਕਿਹੜੇ ਨਾਂ ਦੇ ਨਾਲ ਸਾਨੂੰ ਜਾਣਨਗੇ ਜਾਂ ਕਿਹੜੇ ਕੰਮਾਂ ਦੇ ਨਾਲ ਸਾਨੂੰ ਚੇਤੇ ਕਰਨਗੇ ਕਿ ਉਹ ਕਿੱਦਾਂ ਦੇ ਹੁੰਦੇ ਸੀਗੇ। ਸੋ ਇਸ ਕਰਕੇ ਆਪਾਂ ਨੂੰ ਬਹੁਤ ਜ਼ਰੂਰੀ ਹੈ ਕਿ ਆਪਾਂ ਪਰਮੇਸ਼ਰ ਨੇ ਜਿਹੜਾ ਆਪਾਂ ਨੂੰ ਪਿਆਰ ਦਿਖਾਇਆ ਜਾਂ ਕੀਤਾ, ਅਸੀਂ ਵੀ ਇੱਕ ਦੂਜੇ ਨਾਲ ਉਹ ਪਿਆਰ ਕਰ ਸਕੀਏ। ਸੱਚਮੁੱਚ ਦੁਨੀਆ ਦੇ ਵਿੱਚ ਬਹੁਤ ਸੈਡ ਨਿਊਜ਼ ਆ ਰਹੇ ਆ। ਕਿੰਨੇ ਲੋਕੀ ਬਹੁਤ ਛੇਤੀ ਮੁੱਕੇ ਜਾ ਰਹੇ ਆ। ਕਈ ਵਾਰੀ ਕਿਸੇ ਨੂੰ ਬਵਾਈ ਕਹਿਣ ਦਾ ਜਾਂ ਕੁਛ ਵੀ ਪਤਾ ਨਹੀਂ ਲੱਗਦਾ, ਘਰੋਂ ਜਾਂਦੇ ਆ, ਖੁਸ਼ੀ ਨਾਲ ਜਾਂਦੇ ਆ ਤੇ ਮੁੜ ਕੇ ਆਉਂਦੇ ਨਹੀਂ ਹੈਗੇ। ਸੋ ਹਰ ਗੁੱਸਾ ਗਿਲਾ ਛੱਡ ਕੇ ਅੱਜ ਅਸੀਂ ਉਸ ਪਰਮੇਸ਼ਵਰ ਵੱਲ ਨੂੰ, ਉਸ ਪਿਤਾ ਵੱਲ ਨੂੰ ਮੁੜੀਏ ਤੇ ਧੰਨਵਾਦ ਕਰੀਏ ਤੇ ਆਪਣੇ ਗੁਨਾਹਾਂ ਨੂੰ ਸਮਝੀਏ ਤੇ ਇੱਕ ਦੂਜੇ ਦੇ ਨਾਲ ਜਿਹੜਾ ਪ੍ਰਭੂ ਨੇ ਸਾਨੂੰ ਮੌਕਾ ਦਿੱਤਾ, ਫੈਮਲੀਆਂ ਦਿੱਤੀਆਂ, ਬੱਚੇ ਦਿੱਤੇ ਆ, ਪਰਿਵਾਰ ਦਿੱਤਾ ਹੈ, ਹਸਬੈਂਡ ਵਾਈਫ ਦਿੱਤੇ ਆ, ਰਿਸ਼ਤੇਦਾਰ ਦਿੱਤੇ ਆ, ਫਰੈਂਡਸ ਦਿੱਤੇ ਆ, ਉਹਨਾਂ ਦੇ ਨਾਲ ਪਿਆਰ ਕਰ ਸਕੀਏ ਤੇ ਉਹਨਾਂ ਨੂੰ ਵੀ ਪਿਆਰ ਦਾ ਸੁਨੇਹਾ ਦੇ ਸਕੀਏ। ਇਸ ਕਰਕੇ ਤੁਸੀਂ ਆਹ ਜਿਹੜਾ ਲਿੰਕ ਆ ਇਹ ਜ਼ਰੂਰ ਦੂਜਿਆਂ ਨਾਲ ਵੰਡੋ, ਦੂਜਿਆਂ ਨਾਲ ਸ਼ੇਅਰ ਕਰੋ, ਕਿਉਂਕਿ ਇਹ ਵੀ ਜਦੋਂ ਅਸੀਂ ਲਿੰਕ ਸ਼ੇਅਰ ਨਹੀਂ ਕਰਦੇ ਤਾਂ ਇੱਕ ਤਰ੍ਹਾਂ ਇੱਦਾਂ ਕਰਦੇ ਹਾਂ ਕੋਈ ਨਹੀਂ, ਅਸੀਂ ਦੇਖ ਲੈਣਾ, ਅਸੀਂ ਸੁਣ ਲਿਆ, ਅਸੀਂ ਪ੍ਰਭੂ ਨੂੰ ਪਾ ਲਿਆ, ਉਹਨਾਂ ਦੀ ਮਰਜ਼ੀ ਆ, ਉਹ ਨਹੀਂ ਜਾਣਦੇ। ਪਰ ਬਹੁਤ ਸਾਰੇ ਮੇਰੇ ਭੈਣ ਭਰਾ ਹੈਗੇ ਆ ਜਿਹੜੇ ਬਹੁਤ ਪ੍ਰਭੂ ਦਾ ਵਚਨ ਦੂਜਿਆਂ ਤੱਕ ਵੰਡਦੇ ਆ, ਦੂਜਿਆਂ ਨੂੰ ਲਿੰਕ ਸ਼ੇਅਰ ਕਰਦੇ ਆ ਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਪਰ ਮੇਰੀ ਕਹਿਣ ਦੀ ਗੱਲ ਇਹੀ ਆ ਕਿ ਆਪਾਂ ਆਪਣੇ ਜਿੱਥੇ ਵੀ ਹੈਗੇ, ਜਿੱਦਾਂ ਦੀ ਸੇਵਾ ਪ੍ਰਭੂ ਨੇ ਦਿੱਤੀ ਆ ਉਹਦੇ ਵਿੱਚ ਆਪਾਂ ਹਿੱਸਾ ਲੈ ਸਕੀਏ। ਆਮੀਨ ਆਮੀਨ। ਤਾਂ ਕਿ ਸਾਡੇ ਕਿਸੇ ਵੀ ਕਮੀ ਦੇ ਕਰਕੇ ਕਿਸੇ ਦਾ ਜੀਵਨ ਨਾਸ਼ ਨਾ ਹੋ ਸਕੇ। ਸੋ ਆਜੋ ਆਪਾਂ ਪ੍ਰਭੂ ਦਾ ਵਚਨ ਪੜ੍ਹਦੇ ਹਾਂ ਤੇ ਮੈਂ ਤੁਹਾਡਾ ਨਿੱਘਾ ਸਵਾਗਤ ਕਰਦੀ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਤੇ ਉਮੀਦ ਰੱਖਦੀ ਹਾਂ ਤੁਸੀਂ ਸਾਰੇ ਵੈਲ ਹੋਵੋਗੇ, ਚੰਗੇ ਹੋਵੋਗੇ ਤੇ ਪ੍ਰਭੂ ਦੀ ਕਿਰਪਾ ਤੁਹਾਡੇ ਤੇ ਬਣੀ ਰਹੇ। ਆਮੀਨ। ਤੇ ਪ੍ਰਭੂ ਦਾ ਵਚਨ ਜਿਹੜਾ ਆ ਉੱਥੇ ਇੱਦਾਂ ਲਿਖਿਆ ਕਿ ਮੈਂ ਆਪਣਾ ਵਚਨ ਘੱਲ ਕੇ ਉਹਨਾਂ ਨੂੰ ਤਬਾਹੀ ਤੋਂ ਬਚਾਉਂਦਾ ਹੈ, ਚੰਗਾ ਕਰਦਾ ਹੈ। ਸੋ ਅੱਜ ਜਿਹੜਾ ਵਚਨ ਪ੍ਰਭੂ ਨੇ ਆਪਾਂ ਨੂੰ ਤਿਆਰ ਕੀਤਾ ਹੈ ਆਪਾਂ ਸੁਣਾਂਗੇ, ਪਰ ਇਹ ਵਚਨ ਮੇਰੇ ਦਿਲ ਵਿੱਚ ਆਇਆ ਕਿ ਮੈਂ ਤੁਹਾਨੂੰ ਦੱਸਾਂ ਕਿ ਪ੍ਰਭੂ ਦਾ ਵਚਨ ਘੱਲ ਕੇ ਪ੍ਰਭੂ ਕਹਿੰਦਾ ਮੈਂ ਉਹਨਾਂ ਦੀ ਤਬਾਹੀ ਤੋਂ ਉਹਨਾਂ ਨੂੰ ਬਚਾਉਂਦਾ ਹਾਂ, ਉਹਨਾਂ ਦੇ ਦੁੱਖਾਂ ਤੋਂ ਉਹਨਾਂ ਨੂੰ ਬਚਾਉਂਦਾ ਹਾਂ। ਸਾਨੂੰ ਜਿਹੜੀਆਂ ਚੀਜ਼ਾਂ ਤਬਾਹ ਕਰਦੀਆਂ ਆ ਉਹਦੇ ਲਈ ਪ੍ਰਭੂ ਅੱਜ ਵਚਨ ਆਪਾਂ ਨੂੰ ਸਿਖਾਲੂਗੇ ਤੇ ਆਪਾਂ ਉਹ ਤੋਂ ਚੰਗਿਆਈ ਪਾਉਣੀ ਹੈ। ਆਮੀਨ। ਸੋ ਹੁਣ ਮੈਂ ਜਿਹੜਾ ਵਚਨ ਪੜ੍ਹਨ ਲੱਗੀ ਆ ਉਹ ਨਿਊ ਟੈਸਟਮੈਂਟ ਦੇ ਵਿੱਚ ਆ, ਨਵੇਂ ਨੇਮ ਦੇ ਵਿੱਚ, ਜਿਹਨੂੰ ਲੂਕਾ ਕਹਿੰਦੇ ਆ, ਲੂਕ ਇੰਗਲਿਸ਼ ਦੇ ਵਿੱਚ ਕਹਿੰਦੇ ਆ। ਉਹਦਾ 24 ਚੈਪਟਰ ਜਾਨੀ ਕਿ 24 ਚੈਪਟਰ ਤੇ ਉਹਦੀ 13 ਆਇਤ ਤੋਂ ਲੈ ਕੇ ਆਪਾਂ 44 ਤੱਕ ਪੜ੍ਹਦੇ ਹਾਂ। ਲੂਕ 24
verse 13 until 44. ਸੋ ਜੇ ਤੁਹਾਡੇ ਕੋਲ ਬਚਨ ਹੈਗਾ, ਬਾਈਬਲ ਹੈਗੀ ਆ, ਤੁਸੀਂ ਨਿਸ਼ਾਨ ਲਾ ਸਕਦੇ, ਪੜ੍ਹ ਸਕਦੇ ਆ, ਨਹੀਂ ਤਾਂ ਸੁਣ ਸਕਦੇ। ਪ੍ਰਭੂ ਨੇ ਸਾਨੂੰ ਬਹੁਤ ਚੀਜ਼ਾਂ ਦਿੱਤੀਆਂ, ਅੱਖਾਂ ਦਿੱਤੀਆਂ, ਕੰਨ ਦਿੱਤੇ ਆ, ਜੀਭ ਦਿੱਤੀ ਆ। ਅਸੀਂ ਕਿਸੇ ਤਰ੍ਹਾਂ ਵੀ ਪ੍ਰਭੂ ਦਾ ਬਚਨ ਪੜ੍ਹ ਸਕਦੇ ਹਾਂ, ਸੁਣ ਸਕਦੇ ਹਾਂ ਤੇ ਦੇਖ ਸਕਦੇ ਹਾਂ। ਹਾਂਜੀ, ਤਾਂ ਮੈਂ ਪੜ੍ਹਨ ਲੱਗੀ ਹੁਣ ਲੂਕਾ 24:13। ਤਾਂ ਵੇਖੋ, ਉਸੇ ਦਿਨ ਉਹਨਾਂ ਵਿੱਚੋਂ 2 ਜਣੇ ਐਮਿਊਸ ਨਾਂ ਦੇ ਇੱਕ ਪਿੰਡ ਨੂੰ ਜਾਂਦੇ ਸਨ, ਜਿਹੜਾ ਯਰੂਸ਼ਲਮ ਤੋਂ 5 ਕੋਹ ਬਾਟ ਤੇ ਹੈ। ਸੋ ਉਹਨਾਂ ਸਾਰੀਆਂ ਗੱਲਾਂ ਦੇ ਵਿਖੇ ਜੋ ਬੀਤੀਆਂ ਸਨ, ਆਪੋ ਵਿੱਚ ਗੱਲਬਾਤ ਕਰਦੇ ਸਨ। ਅਤੇ ਇਹ ਹੋਇਆ ਕਿ ਜਾਂ ਉਹ ਗੱਲਬਾਤ ਔਰ ਚਰਚਾ ਕਰਦੇ ਸਨ, ਤਾਂ ਯਿਸੂ ਆਪ ਨੇੜੇ ਆਣ ਕੇ ਉਹਨਾਂ ਦੇ ਨਾਲ ਤੁਰਿਆ ਗਿਆ, ਪਰ ਉਹਨਾਂ ਦੇ ਨੇਤਰ ਬੰਦ ਕੀਤੇ ਗਏ ਸਨ, ਭਈ ਉਹ ਨੂੰ ਨਾ ਸਿਆਣਨ, ਯਾਨੀ ਕਿ ਯਿਸੂ ਮਸੀਹ ਦੀ ਪਛਾਣ ਨਾ ਕਰ ਸਕਣ। ਉਸਨੇ ਉਹਨਾਂ ਨੂੰ ਆਖਿਆ ਕਿ ਤੁਸੀਂ ਤੁਰੇ ਜਾਂਦੇ ਇਹ ਕੀ ਗੱਲਾਂ ਆਪੋ ਵਿੱਚ ਹੀ ਕਰਦੇ ਹੋ? ਤਾਂ ਉਹ ਉਦਾਸ ਹੋ ਕੇ ਖਲੋ ਗਏ। ਤਦ ਕਲੀਓਪਸ ਨਾਮ ਦੇ ਇੱਕ ਨੇ ਉਹਨੂੰ ਉੱਤਰ ਦਿੱਤਾ, ਭਲਾ ਤੂੰ ਹੀ ਇਕੱਲਾ ਯਰੂਸ਼ਲਮ ਵਿੱਚ ਓਪਰਾ ਹੈ ਅਤੇ ਅੱਜ ਕੱਲ੍ਹ ਜਿਹੜੀਆਂ ਵਾਰਤਾ ਉਸ ਵਿੱਚ ਬੀਤੀਆਂ ਹਨ ਨਹੀਂ ਜਾਣਦਾ ਹੈ? ਉਸਨੇ ਉਹਨਾਂ ਨੂੰ ਕਿਹਾ, ਕਿਹੜੀਆਂ ਵਾਰਤਾ? ਤਾਂ ਉਹਨਾਂ ਉਸ ਨੂੰ ਆਖਿਆ, ਯਿਸੂ ਨਾਸਰੀ ਦੇ ਵਿਖੇ, ਜਿਹੜਾ ਨਬੀ ਔਰ ਨਾਲੇ ਪਰਮੇਸ਼ਰ ਅਤੇ ਸਾਰੇ ਲੋਕਾਂ ਦੇ ਅੱਗੇ ਕਰਨੀ ਅਤੇ ਵਚਨ ਵਿੱਚ ਸਮਰਥ ਸੀ, ਔਰ ਕਿਸ ਤਰ੍ਹਾਂ ਪ੍ਰਧਾਨ ਜਾਜਕਾਂ ਅਤੇ ਸਾਡੇ ਸਰਦਾਰਾਂ ਨੇ ਉਸ ਨੂੰ ਕਤਲ ਦੇ ਲਈ ਹਵਾਲੇ ਕੀਤਾ ਅਤੇ ਉਸ ਨੂੰ ਸਲੀਬ ਉੱਤੇ ਚੜਾਇਆ। ਪਰ ਸਾਨੂੰ ਇਹ ਆਸ ਸੀ ਕਿ ਇਹ ਉਹ ਹੈ ਜੋ ਇਸਰਾਇਲ ਦਾ ਨਿਸਤਾਰਾ ਕਰੇ, ਔਰ ਇਹਨਾਂ ਸਭਨਾਂ ਗੱਲਾਂ ਤੋਂ ਬਾਂਝ ਐਸ ਮਾਜਰੇ ਬੀਤੇ ਨੂੰ ਅੱਜ 3 ਦਿਨ ਹੋ ਗਿਆ ਹੈ। ਪਰ ਸਾਡੇ ਵਿੱਚੋਂ ਕਈਆਂ ਤੀਵੀਆਂ ਨੇ ਵੀ ਸਾਨੂੰ ਹੈਰਾਨ ਕਰ ਛੱਡਿਆ ਹੈ ਕਿ ਉਹ ਤੜਕੇ ਕਬਰ ਤੋਂ ਗਈਆਂ ਅਤੇ ਜਾਂ ਉਹਦੀ ਲੋਥ ਨਾ ਪਾਈ, ਤਾਂ ਇਹ ਆਖਦੀਆਂ ਆਈਆਂ ਜੋ ਸਾਨੂੰ ਦੂਤਾਂ ਦਾ ਦਰਸ਼ਨ ਵੀ ਹੋਇਆ, ਜਿਨ੍ਹਾਂ ਆਖਿਆ ਵੀ ਉਹ ਜਿਉਂਦਾ ਹੈ। ਅਤੇ ਸਾਡੇ ਨਾਲ ਦੀਆਂ ਵਿੱਚੋਂ ਕਈ ਕਬਰ ਉੱਤੇ ਗਏ, ਔਰ ਜਿਹੋ ਜਿਹਾ ਤੀਵੀਆਂ ਨੇ ਕਿਹਾ ਸੀ ਤਿਹੋ ਜਿਹਾ ਪਾਇਆ, ਪਰ ਉਸ ਨੂੰ ਨਾ ਡਿੱਠਾ। ਤਾਂ ਉਸਨੇ ਉਹਨਾਂ ਨੂੰ ਕਿਹਾ, ਹੇ ਬੇਸਮਝੋ ਔਰ ਨਬੀਆਂ ਦੀਆਂ ਸਾਰੀਆਂ ਵਚਨਾਂ ਉੱਤੇ ਪ੍ਰਤੀਤ ਕਰਨ ਵਿੱਚ ਢਿੱਲਿਓ, ਕੀ ਮਸੀਹ ਨੂੰ ਜ਼ਰੂਰੀ ਨਾ ਸੀ ਜੋ ਇਹ ਕਸ਼ਟ ਭੋਗ ਕੇ ਆਪਣੇ ਤੇਜ ਵਿੱਚ ਪ੍ਰਵੇਸ਼ ਕਰੇ? ਅਤੇ ਮੂਸਾ ਔਰ ਸਭਨਾਂ ਨਬੀਆਂ ਤੋਂ ਸ਼ੁਰੂ ਕਰਕੇ ਉਸਨੇ ਉਹਨਾਂ ਨੂੰ ਉਹਨਾਂ ਗੱਲਾਂ ਦਾ ਅਰਥ ਦੱਸਿਆ ਜਿਹੜੀਆਂ ਸਭਨਾਂ ਪੁਸਤਕਾਂ ਵਿੱਚ ਉਹਦੇ ਹੱਕ ਵਿੱਚ ਲਿਖੀਆਂ ਹੋਈਆਂ ਸਨ। ਉਹ ਪਿੰਡ ਨੇੜੇ ਆਇਆ ਜਿੱਥੇ ਜਾਂਦੇ ਸਨ, ਔਰ ਉਸ ਦੇ ਅੱਗੇ ਵਧਣ ਨੂੰ ਕੀਤਾ, ਤਾਂ ਉਹਨਾਂ ਉਸ ਨੂੰ ਅਟਕਾ ਕੇ ਆਖਿਆ ਕਿ ਸਾਡੇ ਨਾਲ ਰਹੋ, ਕਿਉਂ ਜੋ ਸੰਝ ਪੈ ਗਈ ਅਤੇ ਹੁਣ ਦਿਨ ਲੈ ਚੱਲਿਆ ਹੈ। ਔਰ ਉਹ ਉਹਨਾਂ ਦੇ ਸੰਗ ਟਿਕਣ ਨੂੰ ਅੰਦਰ ਗਿਆ। ਇਉਂ ਹੋਇਆ ਕਿ ਜਾਂ ਉਹ ਉਹਨਾਂ ਦੇ ਨਾਲ ਪ੍ਰਸ਼ਾਦ ਛਕਣ ਨੂੰ ਬੈਠਾ, ਤਾਂ ਉਸਨੇ ਰੋਟੀ ਲੈ ਕੇ ਬਰਕਤ ਦਿੱਤੀ ਅਤੇ ਤੋੜ ਕੇ ਉਹਨਾਂ ਨੂੰ ਫੜਾਈ। ਤਦ ਉਹਨਾਂ ਦੇ ਨੇਤਰ ਖੁੱਲ੍ਹ ਗਏ ਅਤੇ ਉਹਨਾਂ ਉਸ ਨੂੰ ਸਿਆਣ ਲਿਆ, ਔਰ ਉਹ ਉਹਨਾਂ ਤੋਂ ਅਲੋਪ ਹੋ ਗਿਆ। ਤਾਂ ਉਹ ਇੱਕ ਦੂਏ ਨੂੰ ਆਖਣ ਲੱਗੇ ਕਿ ਜਾਂ ਉਹ ਰਾਹ ਵਿੱਚ ਸਾਡੇ ਨਾਲ ਗੱਲਾਂ ਕਰਦਾ ਅਤੇ ਸਾਡੇ ਲਈ ਪੁਸਤਕਾਂ ਦਾ ਅਰਥ ਖੋਲ੍ਹਦਾ ਸੀ, ਤਾਂ ਕੀ ਸਾਡਾ ਦਿਲ ਸਾਡੇ ਅੰਦਰ ਗਰਵ ਨਹੀਂ ਹੁੰਦਾ ਸੀ? ਉਹ ਉਸੇ ਘੜੀ ਉੱਠ ਕੇ ਯਰੂਸ਼ਲਮ ਨੂੰ ਮੁੜੇ ਅਤੇ 11 ਚੇਲਿਆਂ ਔਰ ਉਹਨਾਂ ਦੇ ਨਾਲਦਿਆਂ ਨੂੰ ਇਕੱਠੇ ਪਾਇਆ, ਜਿਹੜੇ ਕਹਿੰਦੇ ਸਨ ਕਿ ਪ੍ਰਭੂ ਸੱਚੀ ਮੁੱਚੀ ਜੀ ਉੱਠਿਆ ਔਰ ਸ਼ਮੌਨ ਨੂੰ ਵਿਖਾਈ ਦਿੱਤਾ। ਤਾਂ ਉਹਨਾਂ ਨੇ ਸੁਣਾਇਆ ਕਿ ਰਾਹ ਵਿੱਚ ਕੀ ਕੁਝ ਹੋਇਆ ਅਤੇ ਰੋਟੀ ਤੋੜਨ ਵਿੱਚ ਅਸਾਂ ਉਹਨੂੰ ਕੀ ਕਰ ਸਿਆਣਿਆ। ਉਹ ਅਜੇ ਗੱਲਾਂ ਕਰਦੇ ਹੀ ਸਨ ਕਿ ਉਹ ਆਪ ਉਹਨਾਂ ਦੇ ਵਿੱਚ ਆ ਖਲੋਤਾ ਅਤੇ ਉਹਨਾਂ ਨੂੰ ਆਖਿਆ, ਤੁਹਾਡੀ ਸ਼ਾਂਤੀ ਹੋਵੇ। ਪਰ ਉਹ ਵਿਆਕੁਲ ਹੋ ਕੇ ਡਰ ਗਏ ਅਤੇ ਇਹ ਸਮਝੇ ਕਿ ਅਸੀਂ ਭੂਤ ਨੂੰ ਵੇਖਦੇ ਹਾਂ। ਉਸਨੇ ਉਹਨਾਂ ਨੂੰ ਕਿਹਾ, ਤੁਸੀਂ ਕਾਹਨੂੰ ਘਬਰਾਉਂਦੇ ਹੋ
ਅਤੇ ਤੁਹਾਡੇ ਮਨਾਂ ਵਿੱਚ ਚਿੰਤਾ ਕਿਉਂ ਉਪਜੀਆਂ ਹਨ? ਮੇਰੇ ਹੱਥ ਔਰ ਮੇਰੇ ਪੈਰ ਵੇਖੋ ਜੋ ਮੈਂ ਹੀ ਹਾਂ। ਮੈਨੂੰ ਟੋਹੋ ਅਤੇ ਵੇਖੋ, ਕਿਉਂਕਿ ਭੂਤ ਦੇ ਮਾਸ ਔਰ ਹੱਡੀਆਂ ਨਹੀਂ ਹੁੰਦੀਆਂ, ਜਿਵੇਂ ਮੇਰੇ ਵਿੱਚ ਵੇਖਦੇ ਹੋ। ਅਤੇ ਉਸਨੇ ਇਹ ਕਹਿ ਕੇ ਉਹਨਾਂ ਨੂੰ ਹੱਥ ਪੈਰ ਵਿਖਾਲੇ ਤਾਂ ਉਹ ਖੁਸ਼ੀ ਦੇ ਮਾਰੇ ਅਜੇ ਪ੍ਰਤੀਤ ਨਹੀਂ ਕਰਦੇ ਅਤੇ ਹੈਰਾਨ ਹੋ ਰਹੇ ਸਨ ਕਿ ਉਸਨੇ ਉਹਨਾਂ ਨੂੰ ਆਖਿਆ, ਇੱਥੇ ਤੁਹਾਡੇ ਕੋਲ ਕੁਝ ਭੋਜਨ ਹੈ। ਉਹਨਾਂ ਉਸਨੂੰ ਭੁੰਨੀ ਮੱਛੀ ਦਾ ਟੁਕੜਾ ਦਿੱਤਾ ਅਤੇ ਉਸਨੇ ਲੈ ਕੇ ਉਹਨਾਂ ਦੇ ਸਾਹਮਣੇ ਖਾ ਲਿਆ। ਤਦ ਉਸਨੇ ਉਹਨਾਂ ਨੂੰ ਆਖਿਆ, ਇਹ ਮੇਰੀਆਂ ਉਹ ਗੱਲਾਂ ਹਨ ਜਿਹੜੀਆਂ ਮੈਂ ਤੁਹਾਡੇ ਨਾਲ ਹੁੰਦਿਆਂ ਹੋਇਆਂ ਤੁਹਾਨੂੰ ਆਖੀਆਂ। ਤੇ ਉਹਨਾਂ ਸਭਨਾਂ ਗੱਲਾਂ ਦਾ ਪੂਰਾ ਹੋਣਾ ਜ਼ਰੂਰ ਹੈ ਜੋ ਮੂਸਾ ਦੀ ਤੁਰੇਤ ਅਤੇ ਨਬੀਆਂ ਦੇ ਪੁਸਤਕਾਂ ਅਤੇ ਜ਼ਬੂਰਾਂ ਵਿੱਚ ਮੇਰੇ ਹੱਕ ਵਿੱਚ ਲਿਖੀਆਂ ਹੋਈਆਂ ਹਨ। ਪ੍ਰਭੂ ਦੇ ਇਸ ਬਚਨ ਤੇ ਪੜ੍ਹੇ ਜਾਣ ਤੇ ਬਹੁਤ ਸਾਰੀ ਪ੍ਰਭੂ ਬਲੈਸਿੰਗ ਦੇਵੇ, ਬਰਕਤ ਦੇਵੇ। ਤੇ ਅੱਜ ਆਪਾਂ ਪ੍ਰਾਰਥਨਾ ਕਰੀਏ ਤੇ ਫਿਰ ਆਪਾਂ ਪਾਸਟਰ ਜੀ ਨੂੰ ਕਹਿੰਦੇ ਕਿ ਉਹ ਸਾਡੇ ਨਾਲ ਆਪਣਾ ਬਚਨ ਵੰਡਣ। ਸੱਚੇ ਪਿਤਾ ਪ੍ਰਭੂ ਜੀ, ਅਸੀਂ ਤੁਹਾਡਾ ਧੰਨਵਾਦ, ਤੁਹਾਡਾ ਸ਼ੁਕਰ ਕਰਦੇ ਹਾਂ ਇਸ ਮੌਕੇ ਵਾਸਤੇ ਜੋ ਤੁਸੀਂ ਸਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਤੁਹਾਡੇ ਬਚਨਾਂ ਨੂੰ ਆਪਣੇ ਭੈਣ ਭਰਾਵਾਂ ਨਾਲ, ਨੌਜਵਾਨ ਬੱਚਿਆਂ ਨਾਲ ਸਾਂਝਾ ਕਰ ਸਕੀਏ, ਕਿਉਂਕਿ ਪ੍ਰਭੂ ਜੀ ਤੁਸੀਂ ਚਾਹੁੰਦੇ ਆ ਕਿ ਤੁਹਾਡਾ ਵਚਨ ਹਰ ਕੰਨ ਦੇ ਵਿੱਚ ਜਾਵੇ ਤੇ ਹਰ ਸੋਲ ਨੂੰ, ਹਰ ਜੀਵ ਨੂੰ ਪਤਾ ਲੱਗ ਜਾਵੇ ਤੁਹਾਡਾ ਸੁਨੇਹਾ ਕੀ ਆ। ਤੇ ਪਿਤਾ ਪਰਮੇਸ਼ਰ ਜੀ, ਖਾਸ ਕਰਕੇ ਜਿਹੜਾ ਈਸਟਰ ਦਾ ਟਾਈਮ ਚੱਲਦਾ ਹੈ, ਛੁੱਟੀਆਂ ਚੱਲ ਰਹੀਆਂ ਤੇ ਇਸ ਦੇ ਵਿੱਚ ਜੋ ਵੀ ਤੁਸੀਂ ਆਪਣੇ ਲੋਕਾਂ ਦੇ ਨਾਲ ਸੁਨੇਹਾ ਦੇਣਾ ਚਾਹੁੰਦੇ ਆ ਪ੍ਰਭੂ ਜੀ, ਤੁਸੀਂ ਆਪਣੇ ਦਾਸ ਨੂੰ ਮੱਸਾ ਕਰਨਾ ਕਿ ਉਹ ਉੱਦਾਂ ਹੀ ਬੋਲ ਸਕਣ। ਤੇ ਪ੍ਰਭੂ ਜੀ, ਅਸੀਂ ਤੁਹਾਡਾ ਧੰਨਵਾਦ ਕਰਦੇ ਕਿ ਜਿੱਦਾਂ ਤੁਸੀਂ ਚਾਹੁੰਦੇ ਆ, ਜਿੱਦਾਂ ਅੱਜ ਤੁਸੀਂ ਆਪਣਾ ਸੁਨੇਹਾ ਦੇਣਾ ਚਾਹੁੰਦੇ ਆ, ਉਸੇ ਹੀ ਤਰ੍ਹਾਂ ਪ੍ਰਭੂ ਜੀ ਤੁਸੀਂ ਆਪਣੇ ਦਾਸ ਨੂੰ ਮਦਦ ਦੇਣੀ, ਉਹਨਾਂ ਦੇ ਜੀਵ ਦੇ ਉੱਤੇ, ਉਹਨਾਂ ਦੇ ਮੂੰਹ ਦੇ ਉੱਤੇ ਤੁਹਾਡੇ ਅੱਖਰ ਹੋਣ ਔਰ ਤੁਹਾਡੇ ਲੋਕ, ਤੁਹਾਡੇ ਬੇਟੇ ਬੇਟੀਆਂ ਬਹੁਤ ਸਾਰੇ ਬਰਕਤ ਪਾ ਸਕਣ, ਕਿਉਂਕਿ ਤੁਹਾਡਾ ਵਚਨ ਜਿਹੜਾ ਹੈ ਉਹ ਤਾਜ਼ਗੀ ਦੇਣ ਵਾਲਾ ਪਰਮੇਸ਼ਰ ਬਚਨ। ਸੋ ਅਸੀਂ ਆਪਣੇ ਆਪ ਨੂੰ, ਆਪਣੇ ਜਿੰਨੇ ਵੀ ਦੇਖਣ ਵਾਲੇ ਦਰਸ਼ਕ ਆ, ਉਹਨਾਂ ਸਾਰਿਆਂ ਨੂੰ ਤੁਹਾਡੀ ਹਜ਼ੂਰੀ ਦੇ ਵਿੱਚ ਲੈ ਕੇ ਆਉਣਾ, ਯਿਸੂ ਮਸੀਹ ਦੇ ਮਿੱਠੇ ਤੇ ਜਲਾਲੀ ਨਾਂ ਦੇ ਵਿੱਚ, ਆਮੀਨ। ਪ੍ਰਭੂ ਦੀ ਵਡਿਆਈ ਹੋਵੇ। ਪ੍ਰਭੂ ਦਾ ਧੰਨਵਾਦ ਤੇ ਸ਼ੁਕਰ ਕਰਦੇ ਹਾਂ। ਐਕਸਕਿਊਜ਼ ਕਰਨਾ, ਪਾਸਟਰ ਜੀ ਦੀ ਗਲਤੀ ਦੇ ਨਾਲ ਥੋੜੀ ਜਿਹੀ ਠੰਡ ਲੱਗ ਗਈ ਹੈ, ਗਲੇ ਪੈਂਦੇ ਸੀ ਤੇ ਬਾਹਰ ਕੰਮ ਕਰਨ ਲੱਗ ਪਏ ਸੀਗੇ। ਸੋ ਕੋਈ ਇਦਾਂ ਦੀ ਗੱਲ ਨਹੀਂ ਹੈਗੀ, ਪਰ ਸਾਰਾ ਕੁਝ ਠੀਕ ਆ, ਪਰ ਥੋੜੀ ਜਿਹੀ ਠੰਡ ਲੱਗੀ ਆ। ਓਕੇ ਜੀ, ਗॉड ਬlesਸ। ਥੈਂਕ ਯੂ ਜੀ, ਬlesਸ ਯੂ। ਥੈਂਕ ਯੂ ਸੁਰਿੰਦਰ, ਗॉड ਬlesਸ। ਓਕੇ, ਅੱਜ ਆਪਾਂ ਇੱਕ ਬਹੁਤ ਖਾਸ ਗੱਲ ਕਰਨੀ ਆ ਜਿਹੜੀ ਆਪਾਂ ਨੂੰ ਪਤਾ ਹੈ ਹੋਣੀ ਆ, ਪਰ ਫੇਰ ਵੀ ਅਸੀਂ ਉਹਨੂੰ ਮਾਈਂਡ ਚੋਂ ਬਾਹਰ ਕੱਢ ਦਿੰਦੇ ਆ। ਇੱਥੇ ਆਪਾਂ ਉਹ ਗੱਲ ਕਰਨ ਲੱਗੇ ਆ, ਯਿਸੂ ਮਸੀਹ ਜਿਹੜਾ ਮੁਰਦਿਆਂ ਵਿੱਚੋਂ ਜੀ ਉੱਠਿਆ ਸੀ, ਪਹਿਲਾ ਆਦਮੀ ਸੀਗਾ ਦੁਨੀਆ ਦੇ ਵਿੱਚ ਜਿਹੜਾ ਮੁਰਦਿਆਂ ਵਿੱਚੋਂ ਜੀ ਉੱਠਿਆ ਤੇ ਮੁੜ ਕੇ ਨਹੀਂ ਮਰਿਆ। ਆਮੀਨ। ਓਕੇ, ਹੋਰ ਵੀ ਕਈ ਜੀ ਉੱਠੇ ਸੀ, ਨਬੀਆਂ ਨੇ ਕਈਆਂ ਮੁਰਦਿਆਂ ਨੂੰ ਜਗਾਇਆ ਸੀਗਾ, ਇਹਦੇ ਵਿੱਚ ਕੋਈ ਸ਼ੱਕ ਦੀ ਗੱਲ ਨਹੀਂ ਹੈਗੀ, ਪਰ ਉਹਨਾਂ ਮੁੜ ਕੇ ਮਰ ਗਏ ਸੀਗੇ। ਯੈਸ। ਪਰ ਇੱਥੇ ਯਿਸੂ ਮਸੀਹ ਹਾਲੇ ਤੱਕ ਵੀ ਜਿੰਦਾ ਆ। ਹਾਲੇਲੂਇਆ। ਉਹ ਆਪਾਂ ਦੇਖਣ ਲੱਗੇ ਆ। ਪਹਿਲਾਂ ਆਪਾਂ ਦੇਖਦੇ ਆ ਕਈਆਂ ਨੇ ਅਗਵਾਈ ਦਿੱਤੀ ਵੀ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਆ, ਤੇ ਫਿਰ ਆਪਾਂ ਜਿਹੜੀ ਹੁਣ ਪੜ੍ਹ ਕੇ ਹਟੇ ਆ, ਜਿਨ੍ਹਾਂ ਨੂੰ ਯਿਸੂ ਮਸੀਹ ਦੋ ਆਦਮੀਆਂ ਨੂੰ ਆ ਕੇ ਮਿਲਿਆ ਸੀਗਾ, ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ, ਘੰਟਾ 2 ਘੰਟੇ ਉਹਨਾਂ ਦੇ ਨਾਲ ਤੁਰਿਆ ਬੈਠਾ, ਤਾਂ ਫਿਰ ਉਹ ਜਦੋਂ ਮੁੜ ਕੇ ਆ ਜਰੂਸਲਮ ਨੂੰ ਆਏ ਤੇ ਫਿਰ ਉਹਨਾਂ ਦੇ ਨਾਲ ਆ ਕੇ ਫਿਰ ਗੱਲ ਕੀਤੀ। ਆਪਾਂ ਇਹ ਸਾਰੇ ਕੇਸ ਦੇਖਾਂਗੇ, ਸਾਰੇ ਕੇਸ ਨਹੀਂ ਦੇਖ ਹੋਣੇ ਕਿਉਂਕਿ ਬਹੁਤ ਜ਼ਿਆਦਾ ਯਿਸੂ ਮਸੀਹ ਦੇ ਜੀ ਉੱਠਣ ਦਾ, ਜਦੋਂ ਮੈਂ ਸਟੱਡੀ ਕਰਦਾ ਦੇਖਦਾ ਸੀ, ਬਹੁਤ ਜ਼ਿਆਦਾ ਲਿਖਿਆ ਆ ਯਿਸੂ ਮਸੀਹ ਦੇ ਉੱਠਣ ਦੇ ਬਾਰੇ। ਪਰ ਅਮੇਜ਼ਿੰਗ ਜਾਂ ਹੈਰਾਨ ਵਾਲੀ ਗੱਲ ਇਹ ਆ, ਜਿਹੜੀ ਚੀਜ਼ ਅਸੀਂ ਚਾਹੁੰਦੇ ਨਹੀਂ ਹੈਗੇ ਜਾਂ ਸਾਨੂੰ ਪਤਾ ਹੋਣੀ ਆ, ਪਰ ਅਸੀਂ ਮਾਈਂਡ ਚੋਂ ਬਾਹਰ ਕੱਢ ਦਿੰਦੇ ਹਾਂ। ਜਦੋਂ ਵੀ ਅਸੀਂ ਕਿਸੇ ਨਾਲ ਗੱਲ ਕਰਦੇ ਹਾਂ, ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਇੱਕ ਦਿਨ ਇੱਕ ਚੀਜ਼ ਸ਼ੋਰ ਆ, 100% ਸ਼ੋਰ ਆ ਇਸ ਦੁਨੀਆ ਦੇ ਵਿੱਚ ਹੋਣੀ ਆ। ਹੋ ਸਕਦਾ ਵੀ ਆਪਣਾ ਵਿਆਹ ਹੋਵੇ ਜਾਂ ਨਾ ਹੋਵੇ, ਹੋ ਸਕਦਾ ਕਈ ਚੀਜ਼ਾਂ ਹੋਣ ਜਾਂ ਨਾ ਹੋਣ, ਅਸੀਂ ਘਰ ਖਰੀਦੀਏ ਜਾਂ ਨਾ ਖਰੀਦੀਏ, ਕਾਰ ਖਰੀਦੀਏ ਜਾਂ ਨਾ ਖਰੀਦੀਏ, ਬੱਚੇ ਹੋਣ ਜਾਂ ਨਾ ਹੋਣ, ਸਾਨੂੰ ਕੋਈ ਪਤਾ ਨਹੀਂ ਹੈਗਾ। ਪਰ ਇਸ ਚੀਜ਼ ਦਾ ਸਾਨੂੰ ਪੱਕਾ ਪਤਾ ਆ,
ਇੱਕ ਦਿਨ ਅਸੀਂ ਮਰਨਾ ਜ਼ਰੂਰ ਹੈ, ਇਹ ਧਰਤੀ ਜ਼ਰੂਰ ਛੱਡ ਕੇ ਜਾਣਾ ਹੈ। Yes. ਤੇ ਇਹ ਇੱਥੇ ਯਿਸੂ ਮਸੀਹ ਆਪਣੇ ਚੇਲਿਆਂ ਨੂੰ ਦੱਸਦਾ ਸੀਗਾ ਜਦੋਂ ਉਹਦਾ ਟਾਈਮ ਲੱਗ ਗਿਆ ਹੋਇਆ ਸੀ, ਪਰ ਉਹਨਾਂ ਦੇ ਦਿਮਾਗ ਵਿੱਚ ਨਹੀਂ ਰਹਿੰਦਾ ਸੀ। ਆਪਾਂ ਵੀ ਇਦਾਂ ਹੀ ਆ, ਆਪਾਂ ਨੂੰ ਜਦੋਂ ਲੋਕੀ ਦੱਸਦੇ ਆਪਾਂ ਨੂੰ ਐਗਰੀ ਕਰ ਲੈਂਦੇ ਆ, ਪਰ ਅਸੀਂ ਕੋਈ ਐਕਸ਼ਨ ਨਹੀਂ ਲਿਆ ਹੈਗਾ, ਉਹਦੀ ਤਿਆਰੀ ਨਹੀਂ ਕੁਛ ਵੀ ਕੀਤੀ ਹੈਗੀ। ਤੇ ਉਹ ਆਪਾਂ ਦੇਖਣ ਲੱਗੇ ਆ, ਪਹਿਲਾਂ ਸਬੂਤ ਕਰਦੇ ਆ ਬਈ ਯਿਸੂ ਮਸੀਹ ਮੁਰਦਿਆਂ ਵਿੱਚੋਂ ਜੀ ਉੱਠਿਆ ਸੀਗਾ। ਮਾਰਕਸ ਦੀ ਕਿਤਾਬ ਉਹਦਾ 16ਵਾਂ ਚੈਪਟਰ ਤੇ ਉਹਦੀ 5 ਤੇ 6 ਆਇਤ ਆਪਾਂ ਪੜ੍ਹਦੇ ਆ। ਜਦੋਂ ਲੇਡੀਜ਼ ਜਾਂਦੀਆਂ ਆ ਕਬਰ ਨੂੰ ਜਿੱਥੇ ਯਿਸੂ ਮਸੀਹ ਨੂੰ ਰੱਖਿਆ ਸੀਗਾ, ਤੇ ਹੁਣ ਉਹਨੀ ਜਿੱਦਾਂ ਉਸ ਦਾ ਉਹ ਰਿਵਾਜ ਹੁੰਦਾ ਸੀਗਾ, 2-3 ਦਿਨਾਂ ਦੇ ਬਾਅਦ ਜਾ ਕੇ ਉਹ ਹੋਰ ਤੇਲ ਤੂਲ ਲਾਉਂਦੇ ਹੁੰਦੇ ਸੀ ਸਰੀਰ ਨੂੰ, ਤੇ ਉਹ ਕਰਨ ਚੱਲੀਆਂ ਆ। ਤੇ ਜਦੋਂ ਉਹ ਜਾਂਦੀਆਂ ਤਾਂ ਉਹਨਾਂ ਨੂੰ ਆਹ ਪਾਉਂਦਾ, ਤੇ ਆਪਾਂ ਇਹ ਦੇਖਦੇ ਹਾਂ। ਹਾਂਜੀ ਹਾਂਜੀ, ਇਹ ਵੀ ਮਾਰਕਸ ਜਿਹੜੀ ਕਿਤਾਬ ਪਿੱਛੇ ਆ ਨਿਊ ਟੈਸਟਮੈਂਟ ਦੇ ਵਿੱਚ, ਮਾਰਕਸ ਆ ਤੇ ਇੰਗਲਿਸ਼ ਦੇ ਵਿੱਚ, ਉਹਦਾ 16ਵਾਂ ਚੈਪਟਰ ਜਾਣੀ ਕਿ 16, ਤੇ ਆਪਾਂ ਉਹਦੀ 5 ਤੇ 6 ਆਇਤ ਪੜ੍ਹਨ ਲੱਗੇ, 5th and 6th। ਅਤੇ ਕਬਰ ਵਿੱਚ ਜਾ ਕੇ ਉਹਨਾਂ ਇੱਕ ਜਵਾਨ ਨੂੰ ਚਿੱਟਾ ਵਸਤਰ ਪਹਿਨੀ ਸੱਜੇ ਪਾਸੇ ਬੈਠਾ ਵੇਖਿਆ, ਅਤੇ ਉਹ ਹੈਰਾਨ ਹੋਈਆਂ। ਉਸਨੇ ਉਹਨਾਂ ਨੂੰ ਆਖਿਆ, ਹੈਰਾਨ ਨਾ ਹੋਵੋ, ਤੁਸੀਂ ਯਿਸੂ ਨਾਸਰੀ ਨੂੰ ਭਾਲਦੀਆਂ ਹੋ, ਜਿਹੜਾ ਸਲੀਬ ਉੱਤੇ ਚੜਾਇਆ ਗਿਆ ਸੀ। ਉਹ ਤਾਂ ਜੀ ਉੱਠਿਆ ਹੈ, ਉਹ ਇੱਥੇ ਹੈ ਨਹੀਂ। ਲਓ, ਇਹ ਥਾਂ ਹੈ ਜਿੱਥੇ ਉਹਨਾਂ ਉਸ ਨੂੰ ਰੱਖਿਆ ਸੀ। ਆਮੀਨ। ਸੋ ਇੱਥੇ ਜਦੋਂ ਜਾਂਦੇ ਆ ਤੇ ਉੱਥੇ ਸਵਰਗਦੂਤ ਹੁੰਦਾ ਆ ਜਿਹੜਾ ਆਦਮੀ ਦੀ ਸ਼ਕਲ ਵਿੱਚ ਹੁੰਦਾ, ਤੇ ਉਹਨਾਂ ਨੂੰ ਦੱਸਦਾ ਆ ਵੀ ਉਹ ਜੀ ਉੱਠਿਆ, ਉਹ ਇੱਥੇ ਨਹੀਂ ਹੈਗਾ। ਓਕੇ, ਹੁਣ ਆਪਾਂ ਇਹ ਕੇਸ ਲੂਕਾ ਦੀ ਕਿਤਾਬ ਉਹਦਾ 24ਵਾਂ ਚੈਪਟਰ, ਲੂਕ ਚੈਪਟਰ 24 verse 6 and 7। ਹਾਂਜੀ, ਲੂਕਾ 24 ਚੈਪਟਰ 24 ਤੇ ਉਹਦਾ 6 ਤੇ 7। ਉਹ ਇੱਥੇ ਹੈ ਨਹੀਂ ਪਰ ਜੀ ਉੱਠਿਆ ਹੈ। ਚੇਤੇ ਕਰੋ ਕਿ ਗਲੀਲ ਵਿੱਚ ਹੁੰਦਿਆਂ ਉਸਨੇ ਤੁਹਾਨੂੰ ਕੀ ਕਰ ਕਿਹਾ ਸੀ ਵੀ ਉਹ ਮਨੁੱਖ ਦੇ ਪੁੱਤਰ ਨੂੰ ਪਾਪੀ ਮਨੁੱਖਾਂ ਦੇ ਹੱਥੀਂ ਫੜਵਾਇਆ ਜਾਣਾ ਅਤੇ ਸਲੀਬ ਉੱਤੇ ਚੜਾਇਆ ਜਾਣਾ, ਔਰ 30 ਦਿਨ ਜੀ ਉੱਠਣਾ ਜ਼ਰੂਰ ਹੈ। ਆਮੀਨ। ਕੀ ਹੁੰਦਾ? ਉਹ ਫੇਰ ਇੱਥੇ ਉਹ ਦੱਸਦੇ ਆ, ਇਸ ਕੇਸ ਦੇ ਵਿੱਚ ਉਹ ਦੱਸਦੇ, ਉਹ ਕਹਿੰਦੇ ਤੁਹਾਨੂੰ ਚੇਤਾ ਭੁੱਲ ਗਿਆ, ਗਲੀਲ ਦੇ ਵਿੱਚ ਉਹ ਤੁਹਾਨੂੰ ਐਕਸਪਲੇਨ ਕੀਤਾ ਸੀਗਾ ਬਈ ਮੈਨੂੰ ਸਤਾਇਆ ਜਾਣਾ, ਕ੍ਰਾਸ ਉੱਤੇ ਮਾਰਿਆ ਜਾਣਾ, ਪਰ 30 ਦਿਨ ਮੈਂ ਫੇਰ ਉੱਠ ਖੜਨਾ। ਉਹਨਾਂ ਨੂੰ ਇਹ ਚੇਤਾ ਭੁੱਲ ਗਿਆ, ਤੇ ਉਹ ਯਕੀਨ ਵੀ ਨਹੀਂ ਰੱਖਦੇ ਹੈਗੇ, ਕਰਕੇ ਕਦੇ ਏਦਾਂ ਦੀ ਚੀਜ਼ ਹੋਈ ਨਹੀਂ ਸੀ। ਪਰ ਯਿਸੂ ਮਸੀਹ ਨੇ ਉਹਨਾਂ ਨੂੰ ਪਹਿਲਾਂ ਹੀ ਸਾਰਾ ਦੱਸਿਆ ਸੀ ਵੀ ਇਹ ਚੀਜ਼ਾਂ ਹੋਣੀਆਂ ਆ। ਹਲੇ ਬੈਰੀਆਂ ਨੇ ਚੇਤਾ ਰੱਖ ਲਿਆ ਸੀ, ਪਰ ਉਹਨਾਂ ਨੂੰ ਕਿਸੇ ਨੂੰ ਚੇਤਾ ਨਹੀਂ ਸੀਗਾ। ਤੇ ਜਿਨ੍ਹਾਂ ਨੂੰ ਚੇਤਾ ਆਇਆ ਵੀ ਤੇ ਉਹ ਬਲੀਵ ਨਹੀਂ ਕਰਦੇ ਸੀ, ਨੇਚਾ ਨਹੀਂ ਰੱਖਦੇ ਸੀਗੇ ਬਈ ਉਹਨੇ ਸੱਚੀ ਮੁਰਦਿਆਂ ਵਿੱਚੋਂ ਜੀ ਉੱਠਣਾ। ਕਈ ਵਾਰੀ ਅਸੀਂ ਕਹਿੰਦੇ ਹਾਂ ਸਵਰਗਾਂ ਨੂੰ ਜਾਣਾ, ਨੋ, ਇੱਥੇ ਸੱਚੀ ਉਹਨੇ ਮੁਰਦਿਆਂ ਵਿੱਚੋਂ ਜੀ ਉੱਠਣਾ ਸੀ, ਮੁੜ ਕੇ ਫੇਰ ਧਰਤੀ ਦੇ ਉੱਤੇ ਰਹਿਣਾ ਸੀ। ਓਕੇ, ਤੇ ਹੁਣ ਆਪਾਂ ਦੇਖਦੇ ਹਾਂ ਮਥੀ ਦੀ ਕਿਤਾਬ ਉਹਦਾ 28 ਚੈਪਟਰ ਤੋਂ 6ਵੀਂ ਆਇਤ। ਮੈਥਿਊ ਚੈਪਟਰ 28 verse 6। ਮਤੀ 28 ਉਹਦਾ 6ਵੀਂ ਆਇਤ। ਉਹ ਇੱਥੇ ਹੈ ਨਹੀਂ, ਕਿਉਂਕਿ ਜਿਵੇਂ ਉਸਨੇ ਕਿਹਾ ਸੀ ਉਹ ਜੀ ਉੱਠਿਆ ਹੈ। ਆਓ ਇਹ ਥਾਂ ਵੇਖੋ ਜਿੱਥੇ ਪ੍ਰਭੂ ਪਿਆ ਹੋਇਆ ਸੀ। ਆਮੀਨ। ਸੋ ਇੱਥੇ ਆਪਾਂ 3 ਜਗ੍ਹਾ ਡਿਫਰੈਂਟ ਤਰ੍ਹਾਂ ਦੇਖਦੇ ਹਾਂ ਜਿੱਥੇ ਉਹ ਸਾਨੂੰ ਦੱਸਿਆ ਜਾਂਦਾ ਵੀ ਯਿਸੂ ਮਸੀਹ ਜੀ ਉੱਠਿਆ। ਜਦੋਂ ਯਿਸੂ ਮਸੀਹ ਜੀ ਉੱਠਦਾ ਆ ਤੇ ਉਹ ਕਈ ਲੋਕਾਂ ਨੂੰ ਮਿਲਦਾ ਆ। ਓਕੇ, ਆਪਾਂ ਪਹਿਲਾਂ ਜਿਹੜਾ ਅਕਾਊਂਟ ਸੁਰਿੰਦਰ ਨੇ ਪੜ੍ਹਿਆ ਸੀ ਲੂਕਾ ਦੀ ਕਿਤਾਬ ਦੇ ਵਿੱਚ, ਉਹਦਾ 24ਵਾਂ ਚੈਪਟਰ ਉਹਦੀ 13ਵੀਂ ਆਇਤ ਤੋਂ ਲਾ ਕੇ 44 ਤੱਕ, ਇਹਦੇ ਬਾਰੇ ਥੋੜ੍ਹੀ ਜਿਹੀ ਪਹਿਲਾਂ ਗੱਲ ਕਰਦੇ ਹਾਂ। ਉਹ 2 ਚੇਲੇ ਜਰੂਸਲਮ ਚੋਂ ਲੌਡੇ ਵਾਲੇ ਵੇਲੇ ਆਪਣੇ ਪਿੰਡ ਨੂੰ ਤੁਰੇ ਜਾਂਦੇ ਆ, ਹਨੇਰਾ ਹੋਣ ਵਾਲਾ ਆ, ਤੇ ਉਹ ਗੱਲਾਂ ਬਾਤਾਂ ਕਰਦੇ ਜਾਂਦੇ ਆ। ਉਹਨਾਂ ਦੇ ਨਾਲ ਇੱਕ ਹੋਰ ਰਲ ਜਾਂਦਾ ਆ, ਤੇ ਉਹ ਜਦੋਂ ਗੱਲਾਂ ਬਾਤਾਂ ਕਰਦੇ ਆ ਤੇ ਉਹ ਕਹਿੰਦਾ ਵੀ ਕਾਹਦੀਆਂ ਗੱਲਾਂ ਕਰਦੇ ਆ? ਉਹ ਕਹਿੰਦੇ ਤੈਨੂੰ ਪਤਾ ਹੀ ਨਹੀਂ ਹੈਗਾ, ਐਡੀ ਵੱਡੀ ਜਰੂਸਲਮ ਦੇ ਵਿੱਚ ਗੱਲ ਹੋਈ, ਤੂੰ ਕਿੱਥੇ ਸੀਗਾ? ਕਹਿੰਦਾ ਕਿਹੜੀ ਗੱਲ? ਫਿਰ ਉਹ ਦੱਸਣ ਲੱਗ ਪਏ ਤੇ ਜੀਸਸ ਜਿਹੜਾ ਸਾਡੇ ਖਿਆਲ ਦੇ ਵਿੱਚ ਉਹਨੇ ਰਾਜ ਕਰਨਾ ਆ, ਪਰ ਉਹ ਮਾਰ ਛੱਡਿਆ ਉਹਨੇ, ਤੇ ਉਹ ਮਰ ਗਿਆ ਹੁਣ।
ਪਰ ਉਦੋਂ ਵੀ ਜ਼ਿਆਦਾ ਅਜੀਬ ਗੱਲ ਹੋਈ, ਕਈ ਬੁੜੀਆਂ ਕਹਿੰਦੀਆਂ ਆ ਉਹ ਤਾਂ ਮੁਰਦੇ ਵਿੱਚੋਂ ਜੀ ਉੱਠਿਆ, ਰਾਈਟ? ਉਹ ਵੀ ਨਹੀਂ ਮੰਨਦੇ ਹੈਗੇ ਇਦਾਂ ਕਿੱਦਾਂ ਹੋ ਸਕਦੀ ਆ। ਫਿਰ ਉਹ ਜਿਹੜਾ ਆਦਮੀ ਉਹਨਾਂ ਦੇ ਨਾਲ ਤੁਰਿਆ ਜਾਂਦਾ ਆ, ਉਹ ਬਾਈਬਲ ਦੇ ਵਿੱਚੋਂ, ਓਲਡ ਟੈਸਟਮੈਂਟ ਦੇ ਵਿੱਚੋਂ ਉਹਨਾਂ ਨੂੰ ਬਚਨ ਦਿਖਾਉਂਦਾ, ਉਹਨਾਂ ਨੂੰ ਸਿਖਾਉਂਦਾ ਆ ਮੂਸਾ ਨੇ ਆਹ ਕਿਹਾ ਸੀ, ਫਲਾਣੇ ਨਬੀ ਨੇ ਆਹ ਕਿਹਾ ਸੀ ਸਾਹਮਣੇ, ਉਹ ਜੋ ਹੋਈ ਹੋਇਆ ਆ। ਜਦੋਂ ਇਦਾਂ ਗੱਲਾਂ ਕਰਦੇ ਜਾਂਦੇ ਆ ਤਾਂ ਉਹ ਆਪਣੇ ਪਿੰਡ ਵਿੱਚ ਪਹੁੰਚ ਜਾਂਦੇ ਆ, ਤੇ ਜਿਹੜਾ ਉਹਨਾਂ ਦੇ ਨਾਲ ਆਦਮੀ ਹੁੰਦਾ ਉਹ ਪਛਾਣਦੇ ਨਹੀਂ ਕੌਣ ਆ ਉਹ, ਤੇ ਉਹ ਇਦਾਂ ਕਰਦਾ ਵੀ ਜਿੱਦਾਂ ਉਹਨੇ ਗਾਹਾਂ ਜਾਣਾ ਹੁੰਦਾ। ਪਰ ਉਹ ਕਹਿੰਦੇ ਹੁਣ ਤਾਂ ਹਨੇਰਾ ਹੋ ਗਿਆ, ਹੁਣ ਤੂੰ ਸਾਡੇ ਘਰ ਆ ਜਾ, ਰੋਟੀ ਖਾਈ, ਸਵੇਰ ਨੂੰ ਚੱਲ ਜਾਈਂ। ਤੇ ਫਿਰ ਹੋ ਸਕਦਾ ਕਰਕੇ ਆਪਾਂ ਨੂੰ ਹੁਣ ਚੇਤਾ ਇੰਡੀਆ ਦੇ ਵਿੱਚ ਜਦੋਂ ਆਪਾਂ ਰੋਟੀ ਬਣਾਉਂਦੇ ਸੀ, ਘੰਟਾ 2 ਘੰਟੇ ਲੱਗ ਜਾਂਦੇ ਸੀ, ਤੇ ਉਹ ਰੋਟੀ ਬਣਾਉਂਦੀਆਂ ਹੋਣਗੀਆਂ ਲੇਡੀਜ਼, ਤੇ ਉਹ ਬੈਠੇ ਗੱਲਾਂ ਬਾਤਾਂ ਕਰਦੇ ਆ। ਤੇ ਜਦੋਂ ਰੋਟੀ ਲਿਆਂਦੀ ਤੇ ਜਿਹੜਾ ਉਹ ਆਦਮੀ ਸੀਗਾ ਉਹਨੇ ਰੋਟੀ ਤੋੜੀ। ਜਦੋਂ ਰੋਟੀ ਤੋੜੀ ਉਸੇ ਵੇਲੇ ਉਹਨਾਂ ਨੂੰ ਪਤਾ ਲੱਗ ਗਿਆ ਬਈ ਇਹ ਕੌਣ ਆ। ਕਾਹਤੇ ਕਰਕੇ ਉਹ ਜਿੱਦਾਂ ਰੋਟੀ ਜੀਸਸ ਤੋੜਦਾ ਹੁੰਦਾ ਸੀ ਉਦਾਂ ਤੋੜੀ ਉਹਨੇ। ਕਈ ਵਾਰ ਦੇਖਿਆ ਕਈ ਚੀਜ਼ਾਂ ਹਨਾ ਆਪਾਂ ਸਾਰੇ ਇਦਾਂ ਦੇ ਆ, ਕਈ ਚੀਜ਼ਾਂ ਆਪਾਂ ਸਪੈਸ਼ਲੀ ਇੱਕ ਤਰ੍ਹਾਂ ਕਰਦੇ ਆ। ਉਸੇ ਵੇਲੇ ਉਹਨਾਂ ਨੂੰ ਪਤਾ ਲੱਗ ਗਿਆ ਜੀਸਸ ਆ। ਜਦੋਂ ਉਹਨਾਂ ਨੂੰ ਪਤਾ ਲੱਗਾ ਜੀਸਸ ਛਿਪ ਗਿਆ। ਹੁਣ ਜਦੋਂ ਅਸੀਂ ਦੇਖਦੇ ਆ ਬਹੁਤ ਹੀ ਅਜੀਬ ਗੱਲ ਆ, ਹਨੇਰਾ ਹੋਇਆ ਆ ਤੇ ਉਹਦੇ 2 ਜਣੇ ਉੱਠ ਕੇ ਫਿਰ ਤੁਰ ਪੈਂਦੇ ਆ ਜਰੂਸਲਮ ਨੂੰ ਜਾ ਕੇ, ਚੇਲਿਆਂ ਨੂੰ ਜਾ ਕੇ ਦੱਸਣਾ ਜੀ ਸਾਨੂੰ ਜੀਸਸ ਮਿਲਿਆ ਸੀਗਾ, ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਆ। ਕਿੰਨੇ ਐਕਸਾਈਟਿਡ ਸੀਗਾ। ਪਰ ਸਾਡੀ ਐਕਸਾਈਟਮੈਂਟ ਕਿੱਥੇ ਚਲ ਗਈ ਆ? ਅੱਧੀ ਰਾਤੇ ਉਹ 5-7 ਮੀਲ ਦੂਰ ਸੀਗੇ ਜਿੱਥੇ 2 ਘੰਟੇ ਤੁਰ ਕੇ ਲੱਗ ਜਾਣੇ ਸੀ। ਅਸੀਂ ਵੋਕਿੰਗ ਕਰਦੇ ਆ, ਸੋ ਸਾਨੂੰ ਪਤਾ ਵੀ ਜੇ 5-6 ਮੀਲ ਕਰਨੀ ਹੈ ਤਾਂ 7 ਮੀਲ ਕਰਨੀ ਹੈ ਤਾਂ 2 ਘੰਟੇ ਲੱਗ ਜਾਂਦੇ ਆ। 2 ਘੰਟੇ ਤੁਰ ਕੇ ਅੱਧੀ ਰਾਤੇ ਉਹਨੇ ਜਰੂਸਲਮ ਨੂੰ ਮੁੜ ਕੇ ਫੇਰ ਗਏ। ਇੰਨੇ ਐਕਸਾਈਟਿਡ ਸੀਗੇ ਬਈ ਜੀਸਸ ਮੁਰਦਿਆਂ ਵਿੱਚੋਂ ਜੀ ਉੱਠਿਆ ਆ। ਉਹਨੇ ਜਾ ਕੇ ਚੇਲਿਆਂ ਨੂੰ ਦੱਸਿਆ, ਉਹਨਾਂ ਨੂੰ ਜਗਾਇਆ ਹੋਊਗਾ ਬਈ ਅਸੀਂ ਜੀਸਸ ਨੂੰ ਦੇਖਿਆ। 2 ਘੰਟੇ ਅਸੀਂ ਉਹਨਾਂ ਨਾਲ ਗੱਲਾਂ ਕਰਦੇ ਰਹੇ, ਸਾਡੇ ਨਾਲ ਬੈਠਿਆ ਉਹ, ਜਦੋਂ ਅਸੀਂ ਰੋਟੀ ਖਾਣ ਲੱਗੇ ਉਦੋਂ ਅਸੀਂ ਪਛਾਣ ਲਿਆ ਉਹਨੂੰ। ਆਮੀਨ। ਹਲੇ ਉਹ ਗੱਲਾਂ ਹੀ ਕਰਦੇ ਆ ਆਪਣੇ ਚੇਲੇ, ਦੂਸਰੇ ਚੇਲੇ ਨੂੰ ਦੱਸਦੇ ਹੀ ਆ ਤੇ ਜੀਸਸ ਕਮਰੇ ਵਿੱਚ ਆ ਜਾਂਦਾ। ਡੋਰਾਂ ਸਾਰੀਆਂ ਲੱਗੀਆਂ ਹੁੰਦੀਆਂ, ਬਿੰਡੇ ਲੱਗੇ ਹੁੰਦੇ ਆ, ਪਰ ਜੀਸਸ ਉਹਦੇ ਅੰਦਰ ਬੜਿਆ ਹੁੰਦਾ। ਹੁਣ ਉਹ ਬਲੀਵ ਨਹੀਂ ਕਰਦੇ, ਦੇਖਦੇ ਆ ਜੀਸਸ ਨੂੰ, ਉਹ ਕਹਿੰਦੇ ਕੋਈ ਭੂਤ ਹੋਣਾ, ਕੋਈ ਗੋਸਟ ਹੋਣਾ ਆ, ਕੋਈ ਆਤਮਾ ਆ। ਸੱਚੀ ਕਿੱਦਾਂ ਹੋ ਸਕਦਾ? ਉਹ ਤਾਂ ਮਰ ਗਿਆ ਸੀਗਾ, ਅਸੀਂ ਆਪ ਕ੍ਰੋਸ ਉੱਤੇ ਉਹਨੂੰ ਮਰਦੇ ਨੂੰ ਦੇਖਿਆ, ਉਹ ਕਿੱਦਾਂ ਹੋ ਸਕਦਾ? ਫਿਰ ਜੀਸਸ ਉਹਨੂੰ ਕਹਿੰਦਾ ਮੈਂ ਹੀ ਆ। ਦੇਖੋ ਮੇਰੇ ਹੱਥ, ਦੇਖੋ ਮੇਰੇ ਪੈਰ ਜਿੱਥੇ ਕਿੱਲ ਲੱਗੇ ਸੀਗੇ। ਫਿਰ ਉਹ ਦੇਖਦੇ ਆ, ਟੋਕੇ ਵੀ ਦੇਖਦੇ ਆ, ਦੇਖ ਕੇ ਹੱਲੇ ਵੀ ਉਹਨਾਂ ਨੂੰ ਯਕੀਨ ਨਹੀਂ ਆਉਂਦਾ ਹੈਗਾ। ਹੱਲੇ ਵੀ ਉਹ ਸੋਚਦੇ ਕੋਈ ਆਤਮਾ ਆ। ਫਿਰ ਜੀਸਸ ਕਹਿੰਦਾ ਇੱਥੇ ਕੁਝ ਖਾਣ ਨੂੰ ਹੈਗਾ। ਉਹਨੇ ਮੱਛੀ ਦਿੱਤੀ ਤੇ ਉਹਨੇ ਉਹਨਾਂ ਨਾਲ ਮੱਛੀ ਤੇ ਰੋਟੀ ਖਾਧੀ। ਤੇ ਉਹ ਕਹਿੰਦਾ ਜਿਹੜੇ ਆਤਮਾ ਹੁੰਦੇ ਉਹ ਕੁਝ ਖਾ ਨਹੀਂ ਸਕਦੇ ਹੈਗੇ, ਨਾ ਉਹਨਾਂ ਦੀਆਂ ਹੱਡੀਆਂ ਤਾਂ ਮਾਸ ਹੁੰਦਾ ਆ, ਮੇਰੇ ਹੱਡੀਆਂ ਵੀ ਮਾਸ ਵੀ ਆ, ਮੈਂ ਸੱਚੀ ਆ। ਫਿਰ ਉਹਨਾਂ ਨੂੰ ਯਕੀਨ ਆਉਣ ਲੱਗਾ, ਫਿਰ ਉਹਨਾਂ ਨੂੰ ਭਰੋਸਾ ਹੋਣ ਲੱਗਾ ਸੱਚੀ ਜੀਸਸ ਮੁਰਦਿਆਂ ਵਿੱਚੋਂ ਜੀ ਉੱਠਿਆ ਆ। ਪਰ ਫਿਰ ਵੀ ਹੋ ਸਕਦਾ ਸਾਨੂੰ ਸ਼ੱਕ ਹੋਵੇ। ਆਪਾਂ ਇੱਕ ਹੋਰ ਅਕਾਊਂਟ ਪੜ੍ਹਦੇ ਹਾਂ, ਪਹਿਲਾ ਕੋਰਿੰਥੀਅਨਸ ਉਹਦਾ 15ਵਾਂ ਚੈਪਟਰ, 1 Corinthians chapter 15, 1-11, 1 ਤੋਂ 11 ਤੱਕ ਆਪਾਂ ਇੱਥੇ 1 ਤੋਂ ਮੇਰੇ ਖਿਆਲ 'ਚ 7 ਤੱਕ ਪੜ੍ਹ ਲੈਂਦੇ ਆ। ਹਾਂਜੀ, ਪਹਿਲਾ ਕੋਰਿੰਥੀਅਨ ਉਹਦਾ 15ਵਾਂ ਚੈਪਟਰ 1 ਤੋਂ ਲੈ ਕੇ 7 ਤੱਕ ਪੜ੍ਹਦੇ ਹਾਂ। ਹਾਂਜੀ। ਕਿਆਮਤ। ਹੁਣ ਹੇ ਭਰਾਵੋ, ਮੈਂ ਤੁਹਾਨੂੰ ਉਹ ਖੁਸ਼ਖਬਰੀ ਚਿਤਾਰਦਾ ਹਾਂ ਜਿਹੜੀ ਮੈਂ ਤੁਹਾਨੂੰ ਸੁਣਾਈ ਸੀ, ਜਿਹਨੂੰ ਤੁਸੀਂ ਕਬੂਲ ਵੀ ਕੀਤਾ ਔਰ ਜਿਹਦੇ ਉੱਤੇ ਤੁਸੀਂ ਖਲੋਤੇ ਵੀ ਹੋ ਅਤੇ ਜਿਹਦੇ ਰਾਹੀਂ ਤੁਸੀਂ ਬਚ ਵੀ ਜਾਂਦੇ ਹੋ।
ਜੇ ਤੁਸੀਂ ਉਸ ਇੰਜੀਲ ਬਚਨ ਨੂੰ ਜਿਹੜਾ ਮੈਂ ਤੁਹਾਨੂੰ ਸੁਣਾਇਆ ਸੀ ਫੜੀ ਰੱਖੋ, ਨਹੀਂ ਤਾਂ ਤੁਹਾਡਾ ਭਤੀਜਣਾ ਐਵੇਂ ਗਿਆ। ਕਿਉਂ ਜੋ ਮੈਂ ਮੁੱਖ ਗੱਲਾਂ ਵਿੱਚੋਂ ਉਹ ਗੱਲ ਤੁਹਾਨੂੰ ਸੌਂਪ ਦਿੱਤੀ ਜਿਹੜੀ ਮੈਨੂੰ ਪ੍ਰਾਪਤ ਵੀ ਹੋਈ, ਜੋ ਮਸੀਹ ਪੁਸਤਕਾਂ ਦੇ ਅਨੁਸਾਰ ਸਾਡੀਆਂ ਪਾਪਾਂ ਦੇ ਕਾਰਨ ਹੋਇਆ, ਅਤੇ ਇਹ ਕੀ ਦੱਬਿਆ ਗਿਆ, ਅਤੇ ਇਹ ਕੀ ਪੁਸਤਕਾਂ ਦੇ ਅਨੁਸਾਰ ਤੀਜੇ ਦਿਹਾੜੇ ਜੀ ਉੱਠਿਆ, ਅਤੇ ਇਹ ਜੋ ਕੈਫਾਸ ਨੂੰ ਅਤੇ ਫਿਰ ਉਹਨਾਂ 12 ਨੂੰ ਦਰਸ਼ਨ ਦਿੱਤਾ, ਅਤੇ ਮਗਰੋਂ ਕੁਝ ਉੱਪਰ 500 ਭਾਈਆਂ ਨੂੰ ਇੱਕੋ ਵਾਰੀ ਦਰਸ਼ਨ ਦਿੱਤਾ, ਅਤੇ ਉਹਨਾਂ ਵਿੱਚੋਂ ਬਹੁਤੇ ਅਜੇ ਜਿਉਂਦੇ ਹਨ ਪਰ ਕਈ ਸੌਂ ਗਏ ਹਨ। ਪਿੱਛੋਂ ਯਾਕੂਬ ਨੂੰ ਦਰਸ਼ਨ ਦਿੱਤਾ ਅਤੇ ਫਿਰ ਸਭਨਾਂ ਰਸੂਲਾਂ ਨੂੰ। ਆਮੇਨ। ਆਮੇਨ। ਇੱਥੇ ਅਸੀਂ ਦੇਖਦੇ ਹਾਂ ਕਈ ਵਾਰੀ 12 ਜਣਿਆਂ ਨੂੰ ਉਹ ਮਿਲਿਆ ਸੀ, ਕਈਆਂ ਨੂੰ 6 ਜਣਿਆਂ ਨੂੰ ਮਿਲਿਆ, 2 ਜਣਿਆਂ ਨੂੰ ਮਿਲਿਆ, 3 ਜਣਿਆਂ ਨੂੰ ਮਿਲਿਆ ਸੀ, ਪਰ ਇੱਕ ਥਾਂ ਉਹ 500 ਇਕੱਠਾ ਹੋਇਆ ਸੀ ਜਿੱਥੇ ਜੀਸਸ ਆ ਕੇ ਉਹਨਾਂ ਨੂੰ ਮਿਲਿਆ। ਪੌਲ ਵੀ ਲਿਖਦਾ ਆ, ਉਹ ਕਹਿੰਦਾ ਇੱਕ ਵਾਰੀ 500 ਆਦਮੀ ਨੂੰ ਉਹ ਮਿਲਿਆ ਸੀ। ਬਾਹਲੇ ਜਾਣੇ ਕਹਿੰਦਾ ਉਹਨਾਂ ਦੇ ਵਿੱਚੋਂ ਜੀਂਦੇ ਹਲੇ ਮਰੇ ਨਹੀਂ, ਬਾਕੀ ਕਹਿੰਦਾ ਮਰ ਚੁੱਕੇ ਆ। ਇਹਦਾ ਕੀ ਮਹੱਤਵ ਤੁਸੀਂ ਚੈੱਕ ਕਰ ਸਕਦੇ ਆ। ਉਦੋਂ ਜਦੋਂ ਉਹਨੇ ਲਿਖਿਆ ਸੀ ਉਹ ਜਾ ਕੇ ਚੈੱਕ ਕਰ ਸਕਦੇ, ਉਹਨਾਂ ਨਾਲ ਗੱਲਬਾਤ ਕਰ ਸਕਦੇ, ਪੁੱਛ ਸਕਦੇ ਸੀਗੇ ਸੱਚੀ ਤੁਸੀਂ ਜੀਸਸ ਨੂੰ ਦੇਖਿਆ ਸੀ, ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਸੀ? ਤੇ ਉਹਨੇ ਗਵਾਹੀ ਦੇਣੀ ਸੀਗੀ ਹਾਂਜੀ। ਬਹੁਤ ਮੁਲਕਾਂ ਦੇ ਵਿੱਚ ਕਾਨੂੰਨ ਆ, ਜੇ 2 ਗਵਾਹੀਆਂ ਹੋਣ ਤੇ ਦੋਸ਼ ਪੱਕਾ ਹੋ ਜਾਂਦਾ ਜਾਂ ਚੀਜ਼ ਪੱਕੀ ਹੋ ਜਾਂਦੀ ਹੈ। ਇੱਥੇ ਆਪਾਂ ਦੇਖਦੇ ਹਾਂ ਕਿੰਨੇ ਲੋਕਾਂ ਨੇ ਗਵਾਹੀ ਦਿੱਤੀ ਆ ਵੀ ਅਸੀਂ ਉਹਨੂੰ ਜੀਂਦੇ ਨੂੰ ਦੇਖਿਆ। 500 ਇੱਥੇ ਇਕੱਠਾ ਹੋਇਆ ਸੀਗਾ ਜਿਹਨੇ ਜੀਸਸ ਨੂੰ ਦੇਖਿਆ। 12 ਚੇਲੇ ਸੀਗੇ ਜਿਹੜੇ ਇੱਕ ਕਮਰੇ ਦੇ ਵਿੱਚ ਸੁੱਤੇ ਪਏ ਆ ਜਰੂਸਲਮ ਦੇ ਵਿੱਚ, ਜਿਹਨੇ ਉਹਨੂੰ ਟੋਹ ਕੇ ਦੇਖਿਆ। ਜਦੋਂ ਸੀ ਸਾਈਡ ਤੇ ਮੱਛੀਆਂ ਫੜਦੇ ਸੀਗੇ ਤੇ ਚੇਲੇ ਆਉਂਦੇ ਆ, ਮੱਛੀਆਂ ਫੜ ਕੇ ਆਉਂਦੇ ਤੇ ਜੀਸਸ ਹੋਰ ਮੱਛੀਆਂ ਬਣਾ ਕੇ ਬੈਠਾ ਆ ਤੇ ਉਹਨਾਂ ਨੂੰ ਕਹਿੰਦਾ ਆ ਜਾਓ ਰੋਟੀ ਖਾ ਲਓ। ਮੈਂ ਕਹਿੰਦਾ ਤਿਆਰ ਕੀਤੀ ਹੋਈ ਆ। ਸੋ ਕਿੰਨੀ ਵਾਰੀ ਲੋਕਾਂ ਨੇ ਦੇਖਿਆ ਉਹਨੂੰ। ਪੱਕਾ ਆ ਜੀਸਸ ਮੁਰਦਿਆਂ ਵਿੱਚੋਂ ਜੀ ਉੱਠਿਆ ਆ। ਇਹਦਾ ਕੀ ਮਹੱਤਵ ਸਾਡੇ ਵਾਸਤੇ? ਇਹਦਾ ਮਹੱਤਵ ਇਹ ਆ ਜੇ ਜੀਸਸ ਜੀ ਉੱਠਿਆ ਆ ਤੇ ਉਹਨੇ ਸਾਨੂੰ ਵੀ ਜਗਾ ਲੈਣਾ ਹੈ। ਤਾਂ ਹੀ ਸਾਡੇ ਵਾਸਤੇ ਇੰਨਾ ਖਾਸ ਆ, ਤਾਂ ਹੀ ਇੰਨਾ ਇੰਪੋਰਟੈਂਟ ਆ। ਤਾਂ ਹੀ ਜਦੋਂ ਇੱਥੇ ਕੋਰਿੰਥੀਅੰਸ ਦੀ ਕਿਤਾਬ ਦੇ ਵਿੱਚੋਂ ਪੌਲ ਦੱਸਦਾ ਆ, ਉਹ ਕਹਿੰਦਾ ਮੁਕਤੀ ਇਸ ਚੀਜ਼ ਦੇ ਵਿੱਚ ਆ ਬਈ ਤੁਸੀਂ ਯਕੀਨ ਕਰਨਾ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਆ ਤੇ ਇੱਕ ਦੋ ਨੇ ਤੁਹਾਨੂੰ ਵੀ ਜੀ ਉਠਾਲਣਾ ਆ। ਅਸੀਂ ਦੇਖਦੇ ਆ ਜਦੋਂ ਅਸੀਂ ਕਿਸੇ ਵੀ ਮੱਝ ਵਿੱਚ ਹੋਈਏ, ਬੇਸ਼ੱਕ ਦੀ ਕ੍ਰਿਸਚੀਅਨ ਮੱਝ ਹੋਈਏ ਜਿੱਥੇ ਸਾਨੂੰ ਬਚਨ ਨੂੰ ਨਹੀਂ ਜਾਣਦੇ ਹੈਗੇ, ਜਦੋਂ ਕਿਸੇ ਦੀ ਮੌਤ ਹੋ ਜਾਂਦੀ ਆ ਤੇ ਅਸੀਂ ਬਹੁਤ ਢੇਰੀ ਢਾਹ ਕੇ ਬਹਿ ਜਾਂਦੇ। ਅਸੀਂ ਬਹੁਤ ਅਦਾਸ ਹੋ ਕੇ, ਸਾਨੂੰ ਪਤਾ ਨਹੀਂ ਹੈਗਾ ਕਿੱਧਰ ਕਿੱਥੇ ਗਿਆ ਸਾਡਾ ਪਿਆਰਾ, ਕੀ ਹੋਇਆ ਕੁਝ ਨਹੀਂ ਹੋਇਆ, ਨਰਕਾਂ ਚਲ ਗਿਆ ਜਾਂ ਇਹ ਨਹੀਂ ਖਤਮ ਹੋ ਗਿਆ, ਕਿੱਥੇ ਚਲ ਗਿਆ ਕੀ ਪਤਾ ਹੈ। ਪਰ ਇੱਥੇ ਆਪਾਂ ਨੂੰ ਐਨ ਪੱਕਾ ਪਤਾ ਆ ਜੇ ਯਿਸੂ ਮਸੀਹ ਮੁਰਦਿਆਂ ਵਿੱਚੋਂ ਜੀ ਉੱਠਿਆ ਆ ਤੇ ਉਹ ਸਾਨੂੰ ਦੱਸਦਾ ਕਹਿੰਦਾ ਮੈਂ ਤੁਹਾਨੂੰ ਵੀ ਜਗਾ ਲੈਣਾ ਹੈ। ਇਹ ਆਪਾਂ ਹੁਣ 2 ਕਾਇਤਾਂ ਪੜ੍ਹਦੇ ਆ। ਜੀਸਸ ਨੇ ਆਪ ਕਿਹਾ ਸੀ ਯਹੂਨਾ ਦੀ ਕਿਤਾਬ ਜੌਨ 11:25, ਜਦੋਂ ਉਹਨੇ ਲੈਜ਼ਰਸ ਨੂੰ ਮੁਰਦਿਆਂ ਵਿੱਚੋਂ ਜੀ ਉਠਾਉਣਾ ਸੀ, ਉਦੋਂ ਪਹਿਲਾਂ ਉਹਦੀ ਭੈਣ ਨੂੰ ਕਹਿੰਦਾ ਆ ਤੇ ਉਹ ਆਪਾਂ ਪੜ੍ਹਦੇ ਆ ਜੌਨ 11:25। ਹਾਂਜੀ, ਜੌਨ ਗੋਸਪਲ ਹੈ ਨਿਊ ਟੈਸਟਮੈਂਟ ਦੇ ਵਿੱਚ, ਯਹੂਨਾ ਉਹਦਾ 11ਵਾਂ ਚੈਪਟਰ ਤੇ ਉਹਦੀ 25ਵੀਂ ਆਇਤ। ਯਿਸੂ ਨੇ ਉਹਨੂੰ ਕਿਹਾ, ਕਿਆਮਤ ਅਤੇ ਜਿਉਣ ਮੈਂ ਹਾਂ, ਜੋ ਮੇਰੇ ਉੱਤੇ ਨੇਚਾ ਕਰਦਾ ਹੈ ਭਾਵੇਂ ਉਹ ਮਰ ਜਾਵੇ ਤਾਂ ਵੀ ਜੀਵੇਗਾ। ਆਮੇਨ। ਜੀਸਸ ਕਹਿੰਦਾ ਕਿਆਮਤ, I am the resurrection and life। ਉਹ ਇਦਾਂ ਨਹੀਂ ਕਹਿੰਦਾ ਕੱਲਾ ਮੈਂ ਅਠਾਲ ਹੀ ਲੈਣਾ ਆ, ਉਹ ਕਹਿੰਦਾ ਮੈਂ ਹੈਗਾ ਹੀ ਆ। I am the resurrection।
ਜੇ ਉਹ ਰੈਜ਼ਰੈਕਸ਼ਨ ਹੀ ਆ, ਇਹਦਾ ਮਤਲਬ ਸਾਨੂੰ ਉਹਦੇ ਕੋਲ ਆਉਣਾ ਪੈਣਾ ਜੇ ਅਸੀਂ ਚਾਹੁੰਦੇ ਅਸੀਂ ਵੀ ਮੁਰਦਿਆਂ ਵਿੱਚੋਂ ਜੀ ਉੱਠੀਏ, ਆਮੀਨ। ਜੇ ਅਸੀਂ ਚਾਹੁੰਦੇ ਅਸੀਂ ਵੀ ਸਦਾ ਦਾ ਜੀਵਨ ਲਈਏ। ਹਮ, ਉਹ ਕਹਿੰਦਾ I am the resurrection and the life। ਸੱਚੀ ਕੱਲੇ ਜੀਸਸ ਨੇ ਮੌਤ ਦੇ ਉੱਤੇ ਫਤਿਹ ਪਾਈ ਆ, ਕੱਲੀ ਉਹਨੇ ਕਬਰ ਦੇ ਉੱਤੇ ਫਤਿਹ ਪਾਈ ਆ, ਆਮੀਨ। ਤੇ ਉਹ ਫਤਿਹ ਪਾ ਕੇ ਹੁਣ ਆਪਣੇ ਚੇਲਿਆਂ ਨੂੰ ਕਹਿੰਦਾ ਆ, ਜਿਹੜੇ ਉਹਨੂੰ ਫੋਲੋ ਕਰਦੇ ਉਹਨਾਂ ਨੂੰ ਕਹਿੰਦਾ ਆ, ਮੈਂ ਤੁਹਾਨੂੰ ਵੀ ਜਗਾ ਲਊਂਗਾ, ਮੈਂ ਤੁਹਾਨੂੰ ਵੀ ਠਾਲ ਲਊਂਗਾ, ਮੈਂ ਤੁਹਾਨੂੰ ਵੀ ਆਪਣੇ ਕੋਲ ਲੈ ਜਾਊਂਗਾ ਜੇ ਤੁਸੀਂ ਮੇਰੇ ਵਿੱਚ ਭਰੋਸਾ ਰੱਖੋਗੇ। ਪਰਮੇਸ਼ਰ ਪਿਤਾ ਵੀ ਇਦਾਂ ਹੀ ਕਹਿੰਦਾ ਆ। ਉਹ ਕਹਿੰਦਾ ਜੇ ਤੁਸੀਂ ਸਦਾ ਦਾ ਜੀਵਨ ਚਾਹੁੰਦੇ ਆ, ਫਿਰ ਕਹਿੰਦਾ ਜੀਸਸ ਦੇ ਵਿੱਚ ਭਰੋਸਾ ਰੱਖਣ ਦੀ ਜ਼ਰੂਰਤ ਆ। ਆਪਾਂ ਪਹਿਲਾ ਕਰੰਥੀਅਨਸ ਉਹਦਾ 6 ਚੈਪਟਰ 6 1 Corinthians chapter 6 verse 14। ਹਾਂਜੀ, ਪਹਿਲਾ ਕਰੰਥੀਅਨ ਉਹਦਾ 6ਵਾਂ ਚੈਪਟਰ ਤੇ 14ਵੀਂ ਆਇਤ ਵਿੱਚ ਇਦਾਂ ਲਿਖਿਆ, ਅਤੇ ਪਰਮੇਸ਼ਰ ਨੇ ਨਾਲੇ ਪ੍ਰਭੂ ਨੂੰ ਜਿਵਾ ਕੇ ਉਠਾਇਆ, ਨਾਲੇ ਸਾਨੂੰ ਆਪਣੀ ਸਮਰਥਾ ਨਾਲ ਜਿਵਾ ਕੇ ਉਠਾਵੇਗਾ। ਆਮੀਨ। ਕੀ ਕਹਿੰਦਾ? God raised the Lord Jesus and also will with his power raise us। ਜਿੱਦਾਂ ਇੱਕ ਨਮੂਨਾ ਸਾਨੂੰ ਦਿਖਾਤਾ ਹੈ, ਜਿੱਦਾਂ ਉਹਨੇ ਜੀਸਸ ਨੂੰ ਮੁਰਦਿਆਂ ਵਿੱਚੋਂ ਜਗਾ ਲਿਆ ਸੀ, ਉਹ ਕਹਿੰਦਾ ਉਦਾਂ ਹੀ ਸਾਨੂੰ ਉਹਨੇ ਜਗਾ ਲੈਣਾ। ਜਿੰਨੇ ਵੀ ਯਿਸੂ ਮਸੀਹ ਦੇ ਵਿੱਚ ਮਰੇ ਆ, ਉਹਦਾ ਕੀ ਮਤਲਬ? ਜਿੰਨਿਆਂ ਨੇ ਵੀ ਯਿਸੂ ਮਸੀਹ ਦੇ ਵਿੱਚ ਭਰੋਸਾ ਰੱਖਿਆ ਸੀ, ਉਹ ਟ੍ਰਾਂਸਫਰ ਹੋ ਜਾਂਦੇ ਆ। ਇਸ ਦੁਨੀਆ ਦੇ ਵਿੱਚੋਂ ਅੱਖਾਂ ਮੀਟ ਲੈਂਦੇ ਆ ਤੇ ਸਵਰਗਾਂ ਦੇ ਵਿੱਚ ਅੱਖਾਂ ਖੋਲ ਲੈਂਦੇ ਆ। ਇੰਨਾ ਹੀ ਈਜ਼ੀ ਆ, ਇੰਨਾ ਹੀ ਸਕਾਲਾ ਆ ਕਰਕੇ ਅਸੀਂ ਜਾਣਦੇ ਨਹੀਂ ਹੈਗੇ, ਸਾਨੂੰ ਕਿਸੇ ਨੇ ਸਿਖਾਇਆ ਨਹੀਂ ਹੈਗਾ, ਅਸੀਂ ਕਹਿੰਦੇ ਪਤਾ ਨਹੀਂ ਮੌਤ ਕੀ ਆ, ਪਰ ਮੌਤ ਉੱਤੇ ਜੀਸਸ ਨੇ ਫਤਿਹ ਪਾ ਲਈ ਆ, ਕਬਰ ਉੱਤੇ ਜੀਸਸ ਨੇ ਫਤਿਹ ਪਾ ਲਈ ਆ। ਇਹਦਾ ਕੀ ਮਤਲਬ? ਅਸੀਂ ਕਬਰ ਵਿੱਚ ਰਹਿਣਾ ਨਹੀਂ ਹੈਗਾ, ਉਹਨੇ ਕਬਰ ਨੂੰ ਜਿੱਤ ਲਿਆ ਆ। ਆਪਾਂ ਜਿਹੜੇ ਪਹਿਲੇ 3 ਕੇਸ ਪੜ੍ਹੇ ਕੀ ਪਏ, ਉਹ ਇੱਥੇ ਨਹੀਂ ਹੈਗਾ, ਉਹ ਜੀ ਉੱਠਿਆ ਆ। ਕੀ ਕਹਿੰਦੇ ਸੀ ਉਹਨੂੰ? ਬਾਰ-ਬਾਰ ਉਹੀ ਚੀਜ਼ ਕਹਿੰਦੇ ਸੀ, ਉਹ ਇੱਥੇ ਨਹੀਂ ਹੈਗਾ। ਤੁਸੀਂ ਕਾਹਤੇ ਜੀਂਦਿਆਂ ਨੂੰ ਮੁਰਦਿਆਂ ਵਿੱਚ ਭਾਲਦੇ ਆ? ਇਦਾਂ ਹੀ ਆਪਣੇ ਨਾਲ ਹੋਣੀ ਆ। ਜੇ ਤੁਸੀਂ ਜੀਸਸ ਵਿੱਚ ਭਰੋਸਾ ਰੱਖਿਆ ਆ, ਜੇ ਤੁਸੀਂ ਪਰਮੇਸ਼ਰ ਦੇ ਵਿੱਚ ਯਕੀਨ ਰੱਖਦੇ ਆ ਬਈ ਜਿੱਦਾਂ ਉਹਨੇ ਜੀਸਸ ਨੂੰ ਜਗਾ ਲਿਆ ਸੀ, ਉਹਨੇ ਸਾਨੂੰ ਵੀ ਜਗਾ ਲੈਣਾ ਆ, ਇਦਾਂ ਹੀ ਹੋਣੀ ਆ। ਆਮੀਨ। ਪਰ ਸਾਨੂੰ ਯਕੀਨ, ਸਾਨੂੰ ਫੇਥ, ਸਾਨੂੰ ਨੇਚਾ ਉਹਦੇ ਵਿੱਚ ਰੱਖਣ ਦੀ ਜ਼ਰੂਰਤ ਆ। ਜੀਸਸ ਨੇ ਕੀਮਤ ਦੇਤੀ ਆ, ਪਰ ਜੇ ਅਸੀਂ ਕਬੂਲ ਨਾ ਕੀਤਾ ਤਾਂ ਸਾਡੀ ਕਿਸੇ ਕੰਮ ਦੀ ਚੀਜ਼ ਨਹੀਂ ਹੈਗੀ। ਜਦੋਂ ਅਸੀਂ ਕਬੂਲ ਕਰਦੇ ਹਾਂ, ਉਦੋਂ ਸਾਡੇ ਕੰਮ ਦੀ ਆਉਂਦੀ ਆ। ਪਹਿਲੇ ਥੈਸਲੋਨੀਕੀਅਨਸ ਉਹਦਾ 4 ਚੈਪਟਰ ਉਹਦੀ 14ਵੀਂ ਆਇਤ ਦੇ ਵਿੱਚ ਇਦਾਂ ਲਿਖਿਆ, the first Thessalonians chapter 4 verse 14। ਹਾਂਜੀ, ਇਹ ਵੀ ਨਿਊ ਟੈਸਟਮੈਂਟ ਦੇ ਵਿੱਚ ਪਿੱਛੇ ਜਾ ਕੇ ਆ। ਪਹਿਲਾ ਥੈਸਲੋਨੀਕੀਆ ਉਹਦਾ 4 ਚੈਪਟਰ ਤੇ 14ਵੀਂ ਆਇਤ ਵਿੱਚ, ਕਿਉਂਕਿ ਜੇ ਸਾਨੂੰ ਇਹ ਪ੍ਰਤੀਤ ਹੋਈ ਹੈ ਕਿ ਯਿਸੂ ਮੋਇਆ ਅਤੇ ਫਿਰ ਜੀ ਉੱਠਿਆ, ਤਾਂ ਇਸੇ ਤਰ੍ਹਾਂ ਪਰਮੇਸ਼ਵਰ ਉਹਨਾਂ ਨੂੰ ਵੀ ਜਿਹੜੇ ਯਿਸੂ ਵਿੱਚ ਸੌਂ ਗਏ ਹਨ ਉਹਦੇ ਨਾਲ ਲਿਆਵੇਗਾ। ਆਮੀਨ। ਉਹ ਇਦਾਂ ਵੀ ਨਹੀਂ ਕਹਿੰਦਾ ਜਿਹੜੇ ਜੀਸਸ ਵਿੱਚ ਮਰ ਗਏ ਆ, ਕਹਿੰਦਾ ਜਿਹੜੇ ਸੌਂ ਗਏ ਆ। ਕਿਉਂ? ਮੈਂ ਕੀ ਕਹਿੰਦਾ ਸੀ? ਇਧਰੋਂ ਅੱਖਾਂ ਮੀਟ ਲੈਂਦੇ ਆ, ਉਧਰੋਂ ਖੋਲ ਲੈਂਦੇ, ਸੌਂ ਗਏ ਆ। ਕਾਹਦੇ ਕਰਕੇ? ਮਰਦੇ ਨਹੀਂ ਹੈਗੇ, ਕਰਕੇ ਸਦਾ ਦਾ ਜੀਵਨ ਜੀਸਸ ਦੇਂਦਾ ਆ। ਸਦਾ ਦਾ ਜੀਵਨ ਪਰਮੇਸ਼ਰ ਦੇਂਦਾ, ਜਿਹੜਾ ਯਿਸੂ ਮਸੀਹ ਦੇ ਵਿੱਚ ਭਰੋਸਾ ਰੱਖਦਾ ਆ। ਸੋ ਕੀ ਕਹਿੰਦਾ? ਜਦੋਂ ਜੀਸਸ ਨੇ ਮੁੜ ਕੇ ਆਉਣਾ ਆ, ਉਹਨੇ ਵੀ ਉਹਨਾਂ ਦੇ ਨਾਲ ਹੀ ਆਉਣਾ ਆ। ਜੀਸਸ ਨੇ ਇਸ ਧਰਤੀ ਉੱਤੇ ਮੁੜ ਕੇ ਆਉਣਾ ਆ। ਜਿੰਨੇ ਵੀ ਉਦੋਂ ਪਹਿਲਾਂ ਮਰ ਚੁੱਕੇ ਆ, ਉਹਨੇ ਜੀਸਸ ਦੇ ਨਾਲ ਆਉਣਾ, ਜੇ ਜੀਸਸ ਦੇ ਵਿੱਚ ਮਰੇ ਸੀ। ਬਹੁਤ ਲੋਕੀ ਯਿਸੂ ਮਸੀਹ ਤੋਂ ਬਗੈਰ ਮਰੇ ਆ, ਉਹਨਾਂ ਦੀ ਗੱਲ ਨਹੀਂ ਕਰ ਰਿਹਾ ਹੈਗਾ। ਇੱਥੇ ਉਹਨਾਂ ਦੀ ਗੱਲ ਕਰ ਰਿਹਾ ਜਿਹੜੇ ਯਿਸੂ ਮਸੀਹ ਦੇ ਵਿੱਚ ਮਰ ਚੁੱਕੇ ਆ, ਜਿਨੀ ਯਿਸੂ ਮਸੀਹ ਦੇ ਵਿੱਚ ਨੇਚਰ ਰੱਖੀ ਹੋਈ ਸੀਗੀ, ਜਿਹੜੇ ਬਲੀਵ ਕਰਦੇ ਸੀ ਬਈ ਯਿਸੂ ਮਸੀਹ ਮੁਰਦਿਆਂ ਵਿੱਚੋਂ ਜੀ ਉੱਠਿਆ ਆ। ਸੋ ਸਵਾਲ ਆਪਾਂ ਨੂੰ ਇਹ ਉੱਠਦਾ ਅੱਜ, ਤੁਸੀਂ ਯਕੀਨ ਕਰਦੇ ਆ, ਭਰੋਸਾ ਕਰਦੇ ਆ ਬਈ ਜੀਸਸ ਮੁਰਦਿਆਂ ਵਿੱਚੋਂ ਜੀ ਉੱਠਿਆ ਸੀ, ਉਹਨੇ ਮੌਤ ਤੇ ਕਬਰ ਉੱਤੇ ਫਤਿਹ ਪਾ ਲਈ ਆ।
ਇੱਥੇ ਬਾਈਬਲ ਆਪਾਂ ਨੂੰ ਇਹ ਦੱਸਦੀ ਹੈ। ਰੋਮੀਓ 8 Romans 8 verse 11। ਹਾਂਜੀ, ਰੋਮੀਆਂ ਦੀ ਕਿਤਾਬ ਵਿੱਚ ਉਹਦਾ 8ਵਾਂ ਚੈਪਟਰ ਤੇ 11ਵੀਂ ਆਇਤ ਇਹੀ ਪੜ੍ਹਨੀ। ਹਾਂਜੀ। ਅਤੇ ਜੇ ਉਹਦਾ ਆਤਮਾ ਜਿਹਨੂੰ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਤੁਹਾਡੇ ਵਿੱਚ ਵਸਦਾ ਹੈ, ਤੇ ਜਿਹਨੇ ਮਸੀਹ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਉਹ ਆਪਣੇ ਆਤਮਾ ਦੇ ਵਸੀਲੇ ਨਾਲ ਜਿਹੜਾ ਤੁਹਾਡੇ ਵਿੱਚ ਵਸਦਾ ਹੈ ਤੁਹਾਡੀਆਂ ਮਨ ਹਾਰ ਦਈਆਂ ਨੂੰ ਵੀ ਜਿਵਾਲੇਗਾ। ਆਮੀਨ। ਹੋਲੀ ਸਪਿਰਿਟ ਆਲਰੇਡੀ ਆਪਣੇ ਅੰਦਰ ਵਸਦਾ ਜਦੋਂ ਅਸੀਂ ਯਿਸੂ ਮਸੀਹ ਨੂੰ ਇਨਵਾਈਟ ਕਰ ਲਿਆ। ਜਦੋਂ ਅਸੀਂ ਪਾਪਾਂ ਤੋਂ ਤੋਬਾ ਕਰਕੇ ਅਸੀਂ ਉਹਨੂੰ ਆਪਣੇ ਅੰਦਰ ਬੁਲਾ ਲਿਆ, ਉਹ ਆਲਰੇਡੀ ਸਾਡੇ ਅੰਦਰ ਵਸਦਾ ਆ। ਉਹਨੇ ਸਾਨੂੰ ਉਦੋਂ ਹੀ ਟ੍ਰਾਂਸਫਰ ਕਰ ਲੈਣਾ। ਬਹੁਤ ਲੋਕੀ ਪਵਿੱਤਰ ਆਤਮਾ ਦੇ ਵਿੱਚ, ਹੋਲੀ ਸਪਿਰਿਟ ਦੇ ਵਿੱਚ ਬਲੀਵ ਨਹੀਂ ਕਰਦੇ ਹੈਗੇ। ਉਹਨਾਂ ਨੂੰ ਦੱਸਿਆ ਜਾਂਦਾ ਵੀ ਇੱਕ ਇਲੈਕਟ੍ਰੀਕਲ ਪਾਵਰ ਹੈਗੀ ਆ, ਉਹ ਸੱਚੀ ਨਹੀਂ ਹੈਗਾ। ਉਹਨਾਂ ਵਾਸਤੇ ਨਹੀਂ ਹੈਗਾ ਇਹ। ਜਿਹੜੇ ਯਕੀਨ ਕਰਦੇ ਆ, ਕੀ ਕਹਿੰਦਾ, if the spirit of him who raised him from the dead dwelleth in you, ਜੇ ਉਹ ਆਤਮਾ ਤੁਹਾਡੇ ਅੰਦਰ ਵਸਦਾ ਆ। ਓਕੇ, ਸੋ ਸਾਨੂੰ ਉਹਨੂੰ ਇਨਵਾਈਟ ਕਰਨ ਦੀ ਜ਼ਰੂਰਤ ਹੈ, ਸਾਨੂੰ ਉਹਨੂੰ ਸੱਦਣ ਦੀ ਜ਼ਰੂਰਤ ਹੈ। ਜਿਹਦੇ ਵਿੱਚ ਅਸੀਂ ਬਿਲੀਵ ਨਹੀਂ ਕਰਦੇ ਅਸੀਂ ਉਹਨੂੰ ਸੱਦਣਾ ਵੀ ਨਹੀਂ ਹੈਗਾ। ਸੋ ਇੱਥੇ ਅੱਜ ਸਾਨੂੰ ਕੁਝ ਫੈਸਲਾ ਕਰਨ ਦੀ ਜ਼ਰੂਰਤ ਹੈ, ਸਾਨੂੰ ਕੁਝ ਸੋਚਣ ਦੀ ਜ਼ਰੂਰਤ ਹੈ, ਕਰਕੇ ਇਸ ਦੁਨੀਆ ਨੂੰ ਅਸੀਂ ਛੱਡ ਕੇ ਜ਼ਰੂਰ ਜਾਣਾ ਹੈ। ਕੋਈ ਵੀ ਇਸ ਦੁਨੀਆ ਵਿੱਚ ਆਇਆ ਨਹੀਂ ਹੈਗਾ। ਜਿੱਦਾਂ ਹੁਣ ਆਪਾਂ ਇੱਥੇ ਪ੍ਰਿੰਸ ਫਿਲਿਪ ਦੀ ਗੱਲ ਕਰਦੇ ਸੀਗੇ, ਉਹਦੀ ਬਹੁਤ ਵਧੀਆ ਉਮਰ ਸੀ, 99 ਸਾਲ ਦਾ ਹੋ ਕੇ ਅੱਜ ਮਰਿਆ। ਪਰ ਬਾਲੇ ਤਾਂ ਬਹੁਤ ਛੇਤੀ ਮਰ ਜਾਂਦੇ, ਪਰ ਚੰਗੀ ਵਧੀਆ ਉਮਰ ਸੀ। ਹੋ ਸਕਦਾ ਜਿਹੜੇ ਮੈਨੂੰ ਸੁਣਦੇ ਤੁਹਾਡੀ ਵੀ ਇੰਨੀ ਉਮਰ ਹੋ ਜਾਵੇ, ਪਰ ਅਖੀਰ ਦੇ ਵਿੱਚ ਧਰਤੀ ਛੱਡ ਕੇ ਜਾਣਾ ਹੀ ਪੈਣਾ ਹੀ ਆ। ਸੋ ਏਦਾਂ ਨਹੀਂ ਸਾਨੂੰ ਪਤਾ, ਹੋ ਸਕਦਾ ਕੱਲ ਨੂੰ ਸਾਡੀ ਮੌਤ ਹੋ ਜਾਵੇ। ਜਿੰਨੇ ਮਰਜ਼ੀ ਅਸੀਂ ਫਿੱਟ ਹੋਈਏ, ਜਿੰਨੇ ਮਰਜ਼ੀ ਅਸੀਂ ਕਾਇਮ ਹੋਈਏ, ਸਾਨੂੰ ਕੱਲ ਦਾ ਪਤਾ ਨਹੀਂ ਹੈਗਾ। ਸਾਨੂੰ ਪਤਾ ਨਹੀਂ ਜਦੋਂ ਅਸੀਂ ਰੋਡ ਕ੍ਰਾਸ ਕਰਨ ਲੱਗੇ ਕੋਈ ਕਾਰ ਨੇ ਕਿਤੇ ਆ ਜਾਣਾ, ਵਿੱਚ ਲੱਗੇ ਤਾਂ ਸਾਨੂੰ ਮਾਰ ਸੱਟੇ। ਸਾਨੂੰ ਪਤਾ ਨਹੀਂ ਹੈਗਾ ਅਸੀਂ ਕਿਤੇ ਤੁਰੇ ਜਾਂਦੇ ਹੋਈਏ ਤਾਂ ਕੁਝ ਹੋ ਜਾਵੇ, ਕੁਝ ਹੋ ਸਕਦਾ ਆ। ਇਸ ਕਰਕੇ ਅੱਜ ਸਾਨੂੰ ਤਿਆਰੀ ਕਰਨ ਦੀ ਜ਼ਰੂਰਤ ਆ। ਸੱਚੀ ਇਹ ਕਹਾਣੀ ਏਦਾਂ ਹੋਈ ਸੀਗੀ। ਕੋਈ ਨੌਜਵਾਨ ਸੀਗਾ, ਉਹ ਚਰਚ ਦੇ ਵਿੱਚ ਪ੍ਰਚਾਰ ਸੁਣ ਲਿਆ ਆ, ਤੇ ਜਿਹੜਾ ਪਾਦਰੀ ਸੀਗਾ ਉਹ ਪ੍ਰਚਾਰ ਕਰਦਾ ਆ ਵੀ ਕੱਲ ਦਾ ਕਿਸੇ ਨੂੰ ਪਤਾ ਨਹੀਂ ਹੈਗਾ, ਅੱਜ ਜੀਸਸ ਨੂੰ ਪਾ ਲਓ। ਤੇ ਉਹ ਮੁੰਡਾ ਸੁਣਦਾ ਆ ਤੇ ਉਹ ਆਪਣੀ ਬਾਈਬਲ ਦੇ ਵਿੱਚ ਲਿਖ ਲੈਂਦਾ ਆ, ਅੱਜ ਨਹੀਂ ਅਗਲੇ ਹਫ਼ਤੇ ਨੂੰ ਮੈਂ ਪਾਊਂਗਾ, ਹਾਲੇ ਥੋੜ੍ਹੇ ਜਿਹੇ ਮੈਂ ਕੰਮ ਕਰਨੇ ਆ ਜਿਹੜੇ ਚੰਗੇ ਨਹੀਂ ਹੁੰਦੇ ਹੈਗੇ, ਉਦੋਂ ਬਾਅਦ ਫਿਰ ਕਰੂੰਗਾ ਮੈਂ। ਕੀ ਹੋਇਆ, ਜਦੋਂ ਚਰਚ ਦੀ ਮੀਟਿੰਗ ਫਿਨਿਸ਼ ਹੁੰਦੀ ਆ ਤੇ ਉਹ ਜਾ ਕੇ ਸੜਕ ਰੋਡ ਕ੍ਰਾਸ ਕਰਨ ਲੱਗਾ, ਕਾਰ ਬਹੁਤ ਕਾਹਲੀ ਆਈ ਤੇ ਉਹਦੇ ਵਿੱਚ ਲੱਗੀ ਤੇ ਉੱਥੇ ਥੈਂ ਹੀ ਮਰ ਗਿਆ ਉਹ। ਕਿਸੇ ਨੇ ਜਦੋਂ ਉਹਦੀ ਬਾਈਬਲ ਚੱਕੀ, ਕਵਰ ਦੇ ਵਿੱਚ ਉਹ ਲਿਖਿਆ ਸੀ, ਅੱਜ ਨਹੀਂ ਪਰ ਮੈਂ ਅਗਲੇ ਹਫ਼ਤੇ ਨੂੰ ਪਾਊਂਗਾ। ਉਹਦੇ ਵਾਸਤੇ ਅਗਲਾ ਹਫ਼ਤਾ ਆਇਆ ਨਹੀਂ। ਸੋ ਅੱਜ ਜਿਹੜੇ ਤੁਸੀਂ ਮੈਨੂੰ ਸੁਣ ਰਹੇ ਆ, ਸਾਨੂੰ ਤਿਆਰੀ ਕਰਨ ਦੀ ਜ਼ਰੂਰਤ ਹੈ। ਜੀਸਸ ਸਾਨੂੰ ਐਗਜ਼ਾਮਪਲ ਛੱਡ ਗਿਆ ਆ, ਮੁਰਦਿਆਂ ਵਿੱਚੋਂ ਜੀ ਉੱਠਿਆ ਆ, ਸਾਡੇ ਨਾਲ ਵਾਅਦਾ ਕਰ ਗਿਆ ਆ ਬਈ ਉਹ ਸਾਨੂੰ ਵੀ ਜਗਾ ਲਊਗਾ। ਹੁਣ ਸਾਨੂੰ ਕੁਝ ਕਰਨ ਦੀ ਜ਼ਰੂਰਤ ਆ। ਸੱਚੀ ਜਦੋਂ ਦੁਨੀਆ ਉੱਤੇ ਜੀਸਸ ਸੀਗਾ, ਉਹ ਬਾਰ-ਬਾਰ ਆਪਣੇ ਚੇਲਿਆਂ ਨੂੰ ਦੱਸਦਾ ਸੀਗਾ। ਉਹਨੇ 2 ਦਿਨ ਪਹਿਲਾਂ ਹੀ, ਹੋ ਸਕਦਾ ਇੱਕੋ ਹੀ ਦਿਨ ਹੀ ਪਹਿਲਾਂ ਸੀਗਾ, ਉਹ ਆਪਣੇ ਚੇਲਿਆਂ ਨੂੰ ਦੱਸਦਾ, ਕਹਿੰਦਾ ਮੈਂ ਚੱਲਿਆ ਆ, ਜਾ ਕੇ ਕਹਿੰਦਾ ਮੈਂ ਤੁਹਾਡੇ ਵਾਸਤੇ ਜਗ੍ਹਾ ਤਿਆਰ ਕਰਨੀ ਆ। ਉਦੋਂ 33 ਸਾਲਾਂ ਦਾ ਸੀ ਜੀਸਸ ਸਿਰਫ। ਸੋ ਚੇਲੇ ਸੋਚਦੇ ਹੋਣੇ ਕਾਹਦੀਆਂ ਗੱਲਾਂ ਕਰਦਾ। ਉਹਨੇ ਆਪਣੇ ਮਾਈਂਡ ਵਿੱਚ ਨਹੀਂ ਰੱਖਿਆ। ਯੂਹੰਨਾ 14ਵਾਂ ਚੈਪਟਰ ਤੇ ਉਹਦੀ ਪਹਿਲੀ ਆਇਤ ਤੋਂ ਲਾ ਕੇ ਆਪਾਂ 3 ਆਇਤ ਤੱਕ ਪੜ੍ਹਦੇ ਹਾਂ। ਹਾਂਜੀ, ਯੂਹੰਨਾ ਚੈਪਟਰ 14 ਤੇ ਉਹਦੀਆਂ 1 ਤੋਂ ਲੈ ਕੇ 3 ਤੱਕ ਪੜ੍ਹਦੇ ਹਾਂ। ਤੁਹਾਡਾ ਦਿਲ ਨਾ ਘਬਰਾਵੇ, ਪਰਮੇਸ਼ਰ ਉੱਤੇ ਨਿਹਚਾ ਕਰੋ ਔਰ ਮੇਰੇ ਉੱਤੇ ਵੀ ਨਿਹਚਾ ਕਰੋ। ਮੇਰੇ ਪਿਤਾ ਦੇ ਘਰ ਵਿੱਚ ਬਹੁਤ ਸਾਰੇ ਨਿਵਾਸ ਹਨ,
ਨਹੀਂ ਤਾਂ ਮੈਂ ਤੁਹਾਨੂੰ ਕਹਿੰਦਾ ਕਿਉਂ, ਜੋ ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਜਾਂਦਾ ਹਾਂ। ਔਰ ਜੇ ਮੈਂ ਜਾ ਕੇ ਤੁਹਾਡੇ ਲਈ ਜਗ੍ਹਾ ਤਿਆਰ ਕਰਾਂ ਤਾਂ ਫਿਰ ਆਣ ਕੇ ਤੁਹਾਨੂੰ ਆਪਣੇ ਕੋਲ ਲੈ ਲਵਾਂਗਾ, ਵੀ ਜਿੱਥੇ ਮੈਂ ਹਾਂ ਤੁਸੀਂ ਵੀ ਹੋਵੋ। ਆਮੀਨ। ਆਮੀਨ। ਸੋ ਜੀਸਸ ਥੋੜ੍ਹੀ ਚਿਰ ਹੀ ਪਹਿਲਾਂ ਆਪਣੇ ਚੇਲਿਆਂ ਨੂੰ ਦੱਸਦਾ ਆ, ਕਹਿੰਦਾ ਮੈਂ ਹੁਣ ਚੱਲਿਆ ਆ, ਮੈਂ ਤੁਹਾਡੇ ਲਈ ਜਾ ਕੇ ਜਗ੍ਹਾ ਤਿਆਰ ਕਰੂੰਗਾ, ਫਿਰ ਜਿੱਥੇ ਮੈਂ ਹੋਊਂਗਾ ਉੱਥੇ ਹੀ ਤੁਸੀਂ ਹੋਵੋਗੇ। ਬਹੁਤ ਲੋਕੀ ਕਹਿੰਦੇ ਆ, ਇੱਕ ਵਾਰੀ ਅਸੀਂ ਕਿਸੇ ਨਾਲ ਬੈਠਾ ਗੱਲਾਂ ਕਰਦੇ ਸੀ ਤੇ ਅਸੀਂ ਉਹਨਾਂ ਨੂੰ ਦੱਸਿਆ, ਉਹ ਸਾਡੇ ਨਾਲ ਮਜ਼ਹਬ ਦੇ ਬਾਰੇ ਗੱਲਾਂ ਕਰ ਰਹੇ ਸੀ, ਕਰਕੇ ਅਸੀਂ ਪਾਪਾਂ ਤੋਂ ਤੋਬਾ ਕੀਤੀ ਹੋਈ ਆ, ਅਸੀਂ ਰੱਬ ਨੂੰ ਆਪਣੇ ਦਿਲ ਦੇ ਵਿੱਚ ਸੱਦਿਆ ਆ, ਜੇ ਸਾਡੀ ਡੈਥ ਹੋ ਗਈ ਤੇ ਅਸੀਂ ਸਵਰਗਾਂ ਨੂੰ ਜਾਣਾ ਆ। ਉਹ ਦੇਖ ਕੇ ਸਾਡੇ ਵੱਲ ਹੱਸਦਾ ਆ, ਉਹ ਕਹਿੰਦਾ ਜਗਦੀਸ਼ ਨੇ ਤਾਂ ਸ਼ੌਕ ਨੇ ਸਵਰਗਾਂ ਨੂੰ ਜਾਣਾ ਹੈ। ਪਰ ਇੱਥੇ ਜੀਸਸ ਆਪ ਵਾਅਦਾ ਕਰਕੇ ਗਿਆ ਆ। ਉਹ ਕੀ ਕਹਿੰਦਾ, ਮੈਂ ਚੱਲਿਆ ਆ, ਮੈਂ ਤੁਹਾਡੇ ਵਾਸਤੇ ਜਗ੍ਹਾ ਤਿਆਰ ਕਰਨ ਚੱਲਿਆ ਆ। ਕਹਿੰਦਾ ਜਿੱਥੇ ਮੈਂ ਹੋਊਂਗਾ ਉੱਥੇ ਹੀ ਤੁਸੀਂ ਹੋਵੋਗੇ। ਆਮੀਨ। ਸੋ ਇੱਥੇ ਉਹ ਸਾਨੂੰ ਦੱਸ ਰਿਹਾ ਆ, ਸਾਨੂੰ ਹੁਣ ਉਹਨੂੰ ਕਬੂਲ ਕਰਨਾ ਚਾਹੀਦਾ ਆ, ਫਿਰ ਅਸੀਂ ਉਸ ਜਗ੍ਹਾ ਦੀ ਤਿਆਰੀ ਵੀ ਕਰ ਸਕਦੇ ਹਾਂ। ਮੈਂ ਇਸ ਹਫ਼ਤੇ ਹੀ ਇੱਕ ਕਹਾਣੀ ਸੁਣਦਾ ਸੀ, ਕੋਈ ਪਾਦਰੀ ਹੁੰਦਾ ਆ, ਉਹਦੀ ਵਾਈਫ ਦੀ ਡੈਥ ਹੋ ਜਾਂਦੀ ਆ ਤੇ ਉਹ ਕਿਰਿਆ ਦੇ ਹੁੰਦੇ ਆ, ਤੇ ਉਹ ਕਬਰ ਤੇ ਜਾ ਕੇ ਉਹਦੇ ਨਿਆਣੇ ਤਾਂ ਉਹ ਬਹੁਤ ਰੋਂਦੇ, ਨਿਆਣੇ ਸਪੈਸ਼ਲੀ ਬਹੁਤ ਰੋਂਦੇ ਆ ਤੇ ਆਪਣੀ ਮਾਂ ਨੂੰ ਮਿਸ ਕਰਦੇ ਹੁੰਦੇ ਆ, ਤੇ ਉਹ ਵੀ ਬਹੁਤ ਉਦਾਸ ਹੁੰਦਾ, ਪਾਦਰੀ ਵੀ। ਤੇ ਉਹ ਇੱਕ ਦਿਨ ਉਹ ਬੈਠਾ ਇੱਦਾਂ ਪ੍ਰੇ ਕਰਦਾ ਆ, ਪ੍ਰੇ ਕਰਦੇ ਕਰਦੇ ਤੇ ਇੱਦਾਂ ਹੋਇਆ ਜਿੱਦਾਂ ਉਹਨੂੰ ਹਾਰਟ ਅਟੈਕ ਹੋਇਆ ਤੇ ਉਹ ਮਰ ਗਿਆ। ਜਦੋਂ ਸਵਰਗਾਂ ਦੇ ਵਿੱਚ ਗਿਆ ਤੇ ਉਹ ਸਵਰਗਦੂਤ, ਕਹਿੰਦਾ ਸਵਰਗਦੂਤ ਆਏ, ਮੈਨੂੰ ਲੈ ਗਏ। ਕਹਿੰਦਾ ਜਦੋਂ ਮੈਨੂੰ ਜੀਸਸ ਨੂੰ ਮਿਲਿਆ ਸਵਰਗ ਦੇ, ਮੈਂ ਦੇਖੇ ਬਹੁਤ, ਕਹਿੰਦਾ ਪਸੰਦ, ਕਹਿੰਦਾ ਮੈਂ ਉੱਥੇ ਆਪਣੀ ਵਾਈਫ ਨੂੰ ਵੀ ਦੇਖਿਆ, ਤੇ ਕਹਿੰਦਾ ਮੈਨੂੰ ਫਿਰ ਉਹ ਮਕਾਨ ਦਿਖਾ ਦੇ ਜਿਹੜੇ ਬਣਾ ਰਹੇ ਆ। ਕਹਿੰਦਾ ਜਿਹੜਾ ਮੇਰੇ ਵਾਸਤੇ ਮਕਾਨ ਬਣਾ ਰਹੇ ਸੀ ਉਹਦੇ, ਕਹਿੰਦਾ ਉੱਤੇ ਛੱਤ ਹੈ ਨਹੀਂ ਸੀ। ਕਹਿੰਦਾ ਮੈਂ ਜੀਸਸ ਨੂੰ ਕਿਹਾ, ਜੀਸਸ ਤੇ ਛੱਤ ਹੈ ਨਹੀਂ। ਉਹ ਕਹਿੰਦਾ ਤੂੰ ਜਾ ਕੇ ਹੋਰ ਮਟੀਰੀਅਲ ਭੇਜ ਤੇ ਅਸੀਂ ਫਿਰ ਉੱਤੇ ਛੱਤ ਪਾਉਂਦੇ ਆ। ਸੱਚੀ ਜਦੋਂ ਅਸੀਂ ਚੰਗੇ ਕੰਮ ਕਰਦੇ ਆ, ਜੋ ਪਰਮੇਸ਼ਰ ਨੇ ਸਾਨੂੰ ਕਰਨ ਨੂੰ ਕਿਹਾ ਆ, ਕਈ ਵਾਰੀ ਜਦੋਂ ਪ੍ਰਾਰਥਨਾ ਵਿੱਚ ਹੀ ਬਹਿੰਦੇ ਆ, ਉਹੋ ਹੀ ਚੰਗੇ ਕੰਮ ਆ, ਉਹ ਮਟੀਰੀਅਲ ਉੱਥੇ ਜਾਂਦੇ ਆ ਤੇ ਉਹ 3 ਦਿਨਾਂ ਬਾਅਦ ਫੇਰ ਮੁੜ ਕੇ ਆ ਜਾਂਦਾ ਆ। ਤੇ ਉਹ ਜਦੋਂ ਆਉਂਦਾ ਤਾਂ ਉਹਨੂੰ ਦੱਬਣ ਚੱਲੇ ਹੁੰਦੇ ਆ, ਤੇ ਉਹਨੂੰ ਬਾਕਸ ਵਿੱਚ ਪਾਉਣ ਲੱਗੇ ਆ, ਹੋਰ ਪਾਦਰੀ ਬੈਠੇ ਆ ਉੱਥੇ, ਤੇ ਉਹ ਉੱਠ ਕੇ ਬਹਿ ਜਾਂਦਾ, ਤੇ ਉਹ ਪਾਦਰੀ ਸਾਰੇ ਨੱਠ ਜਾਂਦੇ ਆ, ਇੱਕ ਉਹਦੇ ਨਿਆਣੇ ਉੱਥੇ ਰਹਿ ਜਾਂਦੇ ਆ। ਤੇ ਕੀ ਹੋਇਆ, ਇਹ ਸੱਚੀ ਕਹਾਣੀ ਆ, ਕਿਰਿਆ ਦੇ ਵਿੱਚ ਹੋਇਆ ਸੀ, ਜਿੱਥੇ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਸੀ। ਪਰ ਸੱਚੀ ਉਹਨੇ ਮੁੜ ਕੇ ਫੇਰ ਮਰ ਜਾਣਾ। ਪਰ ਜੀਸਸ ਇੱਥੇ ਸਾਨੂੰ ਕਹਿੰਦਾ ਆ, ਸਾਡੇ ਵਾਸਤੇ ਉਹ ਜਗ੍ਹਾ ਤਿਆਰ ਕਰਨ ਚੱਲਿਆ ਆ, ਸਾਨੂੰ ਵੀ ਉਸ ਜਗ੍ਹਾ ਦੇ ਬਾਰੇ ਕੁਛ ਕਰਨ ਦੀ ਜ਼ਰੂਰਤ ਆ। ਜਿੰਨਾ ਅਸੀਂ ਜ਼ਿਆਦਾ ਮਟੀਰੀਅਲ ਭੇਜਾਂਗੇ ਤੇ ਉਨੀ ਸਾਡੇ ਵਾਸਤੇ ਜਗ੍ਹਾ ਤਿਆਰ ਹੋਊਗੀ। ਸੋ ਇੱਥੇ ਸਾਨੂੰ ਜੀਸਸ ਨੇ ਬਹੁਤ ਕਲੀਅਰਲੀ ਦੱਸਿਆ ਆ, ਬਹੁਤ ਸਾਫ਼ ਤਰ੍ਹਾਂ ਦੱਸਿਆ, ਕਹਿੰਦਾ ਜਿੱਥੇ ਮੈਂ ਹੋਊਂਗਾ ਉੱਥੇ ਹੀ ਤੁਸੀਂ ਹੋਵੋਗੇ। ਸੋ ਅੱਜ ਅਸੀਂ ਉਹਨੂੰ ਕਬੂਲ ਕਰ ਸਕਦੇ ਹਾਂ। ਜਿਹੜੀ ਪ੍ਰਾਰਥਨਾ ਕਈ ਵਾਰੀ ਅਸੀਂ ਯੂਜ਼ ਕਰਦੇ ਹੁੰਦੇ ਆ, ਰੋਮੀਓ ਦੇ ਵਿੱਚੋਂ ਉਹਦਾ 10ਵਾਂ ਚੈਪਟਰ, ਉਹਦੀ 9 ਤੇ 10 ਆਇਤ, ਦੇਖੋ ਉਹਦੇ ਵਿੱਚ ਕੀ ਲਿਖਿਆ, ਕੀ ਸਾਨੂੰ ਯਕੀਨ, ਕੀ ਭਰੋਸਾ ਕਰਨਾ ਪੈਂਦਾ ਜੇ ਅਸੀਂ ਮੁਕਤੀ ਪਾਉਣੀ ਚਾਹੁੰਦੇ, ਜੇ ਅਸੀਂ ਪਰਮੇਸ਼ਰ ਨੂੰ ਜਾਣਨਾ ਚਾਹੁੰਦੇ ਹਾਂ। ਹਾਂਜੀ, ਪੜ੍ਹਿਓ। ਰੋਮੀਓ ਦੀ ਕਿਤਾਬ 10ਵਾਂ ਚੈਪਟਰ ਤੇ 9ਵੀਂ ਆਇਤ, ਇੰਗਲਿਸ਼ ਦੇ ਵਿੱਚ ਰੋਮਨਸ ਲਿਖਿਆ ਹੈ, ਕਹਿੰਦੇ ਇਹਨੂੰ 10ਵਾਂ 10th ਚੈਪਟਰ ਤੇ ਵਰਸ 9, ਕਿਉਂਕਿ ਜੇ ਤੂੰ ਆਪਣੇ ਮੂੰਹ ਦੇ ਨਾਲ ਪ੍ਰਭੂ ਯਿਸੂ ਦਾ ਇਕਰਾਰ ਕਰੇ ਅਤੇ ਆਪਣੇ ਹਿਰਦੇ ਨਾਲ ਮੰਨ ਲਵੇਂ ਜੋ ਪਰਮੇਸ਼ਵਰ ਨੇ ਉਹਨੂੰ ਮੁਰਦਿਆਂ ਵਿੱਚੋਂ ਜਿਵਾਲਿਆ, ਤਾਂ ਤੂੰ ਬਚਾਇਆ ਜਾਵੇਂਗਾ। ਕੀ ਕਹਿੰਦਾ, ਜੇ ਤੁਸੀਂ ਯਕੀਨ ਕਰੋ
ਬਈ ਉਹ ਪਰਮੇਸ਼ਰ ਨੇ ਉਹਨੂੰ ਮੁਰਦਿਆਂ ਵਿੱਚੋਂ ਜਗਾਇਆ ਆ, ਓਕੇ, ਜੀਂਦੇ। ਉਹਨੂੰ ਜਿੰਦਾ ਕੀਤਾ ਆ, ਫਿਰ ਤੁਸੀਂ ਬਚ ਜਾਓਗੇ। ਇੱਕ ਇਹ ਫੇਥ ਰੱਖਣ ਦਾ, ਇੱਕ ਨੇਚਰ ਰੱਖਣ ਦਾ ਇਹ ਵਿੱਚ ਹੀ ਹਿੱਸਾ ਆ। ਜੇ ਤੁਸੀਂ ਇਹ ਨਹੀਂ ਯਕੀਨ ਰੱਖਦੇ ਫਿਰ ਤੁਸੀਂ ਬੋਰਨ ਅਗੇਨ ਨਹੀਂ ਹੋਏ, ਤੁਸੀਂ ਦੂਸਰਾ ਜਨਮ ਨਹੀਂ ਪਾਇਆ ਹੈਗਾ। ਕਰਕੇ ਇੱਥੇ ਬਹੁਤ ਕਲੀਅਰਲੀ ਸਾਨੂੰ ਪੌਲ ਦੱਸਦਾ ਹੈ, ਸਾਨੂੰ ਇਹ ਯਕੀਨ ਰੱਖਣਾ ਪੈਂਦਾ, ਸਾਨੂੰ ਇਹ ਭਰੋਸਾ ਰੱਖਣਾ ਪੈਂਦਾ ਬਈ ਉਹਨੇ ਮੁਰਦਿਆਂ ਵਿੱਚੋਂ ਜਗਾ ਲਿਆ ਆ। ਫਿਰ 10ਵੀਂ ਆਇਤ ਦੇ ਵਿੱਚ ਕਹਿੰਦਾ ਆ, ਧਰਮੀ ਲਈ ਤਾਂ ਹਿਰਦੇ ਨਾਲ ਨਿਸ਼ਚਾ ਕਰੀਦੀ ਹੈ ਅਤੇ ਮੁਕਤੀ ਲਈ ਮੂੰਹ ਨਾਲ ਇਕਰਾਰ ਕਰੀਦਾ ਹੈ। ਕੀ ਹੋਇਆ? ਮੂੰਹ ਦੇ ਨਾਲ ਬੋਲਣਾ ਪੈਂਦਾ ਆ ਬਈ ਜੀਸਸ ਮੁਰਦਿਆਂ ਵਿੱਚੋਂ ਜੀ ਉੱਠਿਆ ਆ, ਇੱਕ ਦਿਨ ਮੈਨੂੰ ਵੀ ਜਗਾ ਲੈਣਾ ਆ। ਹੋ ਸਕਦਾ ਲੋਕੀ ਦੇਖ ਕੇ ਹਾਸਾ ਮਸ਼ੂਲਾ ਕਰ ਜਿੱਦਾਂ ਸਾਡਾ ਕਰਦੇ ਸੀਗੇ, ਪਰ ਅਸੀਂ ਫੇਰ ਵੀ ਮੈਨੂੰ ਉਹਦਾ ਕੋਈ ਫਿਕਰ ਨਹੀਂ ਹੈਗਾ, ਜਿੰਨਾ ਮਰਜ਼ੀ ਹਾਸਾ ਮਸ਼ੂਲਾ ਕਰੀ ਜਾ, ਕਰਕੇ ਮੈਨੂੰ ਪਤਾ ਮੈਂ ਤੋਬਾ ਕਰ ਲਈ, ਪਰਮੇਸ਼ਰ ਦੇ ਵਿੱਚ ਯਕੀਨ ਰੱਖ ਲਿਆ, ਉਹਨੇ ਯੀਸੂ ਮਸੀਹ ਨੂੰ ਜਗਾ ਲਿਆ ਸੀ, ਉਹਨੇ ਮੈਨੂੰ ਵੀ ਮੁਰਦਿਆਂ ਵਿੱਚੋਂ ਜਗਾ ਲੈਣਾ। ਫਿਰ ਜਿੱਦਾਂ ਯੀਸੂ ਮਸੀਹ ਨੇ ਯਹੂਨਾ 14 ਦੇ ਵਿੱਚ ਕਿਹਾ ਸੀਗਾ, ਮੈਂ ਵੀ ਉਹਦੇ ਕੋਲ ਜਿਹੜੇ ਮੇਰੇ ਵਾਸਤੇ ਜਗ੍ਹਾ ਤਿਆਰ ਕਰ ਰਿਹਾ ਆ, ਮੈਂ ਵੀ ਇੱਕ ਦਿਨ ਉਹਦੇ ਕੋਲ ਚਲ ਜਾਣਾ ਹੈ। ਸੋ ਇਹ ਬਹੁਤ ਖਾਸ ਆ। ਜਦੋਂ ਆਪਾਂ ਹੁਣ ਈਸਟਰ ਮਨਾ ਕੇ ਹਟੇ ਆ, ਜਦੋਂ ਅਸੀਂ ਇਹਨਾਂ ਚੀਜ਼ਾਂ ਬਾਰੇ ਸੋਚਦੇ ਸੀਗੇ, ਅਸੀਂ ਦੇਖਿਆ ਫਰਾਈਡੇ ਨੂੰ ਜੀਸਸ ਨੂੰ ਬਹੁਤ ਤੰਗ ਕੀਤਾ, ਉਹਦੇ ਕੋੜੇ ਮਾਰੇ, ਮੇਖਾਂ ਕਿੱਲ ਉਹਦੇ ਹੱਥਾਂ ਦੇ ਪੈਰਾਂ ਦੇ ਵਿੱਚ ਲੱਗੇ, ਕ੍ਰੋਸ ਦੇ ਉੱਤੇ ਟੰਗਿਆ ਗਿਆ, ਬਹੁਤ ਤੜਫ ਕੇ ਮਾਰਿਆ ਗਿਆ। ਪਰ ਹੁਣ ਆਪਾਂ ਦੇਖਦੇ ਤੀਸਰੇ ਦਿਨ ਉਹ ਮੌਤ ਉੱਤੇ ਫਤਿਹ ਪਾ ਲੈਂਦਾ ਆ, ਮੌਤ ਨੂੰ ਹਰਾ ਦਿੰਦਾ ਆ, ਗ੍ਰੇਵ ਨੂੰ ਜਿਹੜੀ ਕਬਰ ਆ ਉਹਨੂੰ ਹਰਾਉਂਦਾ। ਹਾਲੇ ਤੱਕ ਕੋਈ ਨਾ ਮੌਤ ਨੂੰ ਜਿੱਤ ਸਕਿਆ, ਨਾ ਕੋਈ ਕਬਰ ਨੂੰ ਜਿੱਤ ਸਕਿਆ। ਯਿਸੂ ਮਸੀਹ ਨੇ ਉਹਨੂੰ ਜਿੱਤ ਲਿਆ ਆ, ਤੇ ਉਹ ਜੇਤ ਆਪਣੇ ਚੇਲਿਆਂ ਨੂੰ, ਆਪਣੇ ਬਲੀਵਰਸ ਨੂੰ ਜਿਹਦੇ ਵਿੱਚ ਭਰੋਸਾ ਦੇ ਉਹਨਾਂ ਨੂੰ ਦੇਤੀ ਆ। ਇਹ ਮੇਰੇ ਤਾਂ ਤੁਹਾਡੇ ਵਾਸਤੇ ਆ। ਇਹਦਾ ਫਾਇਦਾ ਠਾਲਣਾ, ਜੇ ਅਸੀਂ ਇਹਦੇ ਵਿੱਚ ਯਕੀਨ ਨਾ ਰੱਖਿਆ ਤੇ ਫਿਰ ਜੋ ਯਿਸੂ ਮਸੀਹ ਸਾਡੇ ਵਾਸਤੇ ਕੀਤਾ ਸੀਗਾ ਉਹਦਾ ਸਾਨੂੰ ਕੋਈ ਫਾਇਦਾ ਨਹੀਂ ਹੋਣਾ ਹੈਗਾ। ਸੋ ਇਹ ਜੀ ਉੱਠਣ ਦਾ ਮੈਸੇਜ ਆ, ਜ਼ਰੂਰ ਇਹਦੇ ਵਿੱਚ ਭਰੋਸਾ ਰੱਖਣਾ ਤੇ ਤੁਹਾਨੂੰ ਸਦਾ ਦਾ ਜੀਵਨ ਮਿਲੂਗਾ। ਦੋ ਚੀਜ਼ਾਂ ਇੱਥੇ ਸਰਿੰਦਰ ਬੋਲੂਗੀ, ਫਿਰ ਆਪਾਂ ਤੁਹਾਡੇ ਵਾਸਤੇ ਪ੍ਰੇ ਕਰਾਂਗੇ ਤੇ ਫਿਰ ਆਪਾਂ ਅੱਜ ਦਾ ਮੈਸੇਜ ਬੰਦ ਕਰ ਦੇਣਾ। ਆਮੀਨ। ਹਾਂਜੀ, ਨੇ ਕਿਹਾ ਕਿ ਕਈ ਲੋਕ ਇਹਨਾਂ ਗੱਲਾਂ ਤੇ ਯਕੀਨ ਨਹੀਂ ਕਰਦੇ ਹੈਗੇ। ਇਹ ਆਪਾਂ ਨੂੰ ਵੀ ਪਤਾ ਆ, ਜਿੰਨੇ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਜਾਣਦੇ ਆ, ਤੁਹਾਡਾ ਸਾਰਿਆਂ ਦਾ ਐਕਸਪੀਰੀਅੰਸ ਆ। ਕਈ ਲੋਕ ਆਪਣਾ ਮਖੌਲ ਵੀ ਉਡਾਉਂਦੇ ਆ, ਕਈ ਵਾਰੀ ਆਪਾਂ ਉਹਨਾਂ ਨਾਲ ਸੱਚਾਈ ਦੀ ਗੱਲ ਦੱਸਦੇ ਆ, ਪਰ ਉਹਨਾਂ ਨੂੰ ਉਹ ਚੰਗੀ ਨਹੀਂ ਲੱਗਦੀ। ਕਾਹਤੇ ਕਰਕੇ ਵੈਰੀ ਨੇ ਉਹਨਾਂ ਦੀਆਂ ਅੱਖਾਂ ਨੂੰ, ਕੰਨਾਂ ਨੂੰ ਬੰਦ ਕੀਤਾ ਹੈ। ਪਰ ਫਿਰ ਵੀ ਪਰਮੇਸ਼ਰ ਸਾਰਿਆਂ ਨੂੰ ਆਪਾਂ ਨੂੰ ਇੱਕ ਮੌਕਾ ਦਿੰਦਾ ਹੈ ਜਿੱਥੇ ਸਾਨੂੰ ਸਮਝ ਲੱਗ ਸਕਦੀ ਹੈ, ਤੇ ਜਦੋਂ ਉਹ ਸਮਝ ਲੱਗ ਜਵੇ ਫਿਰ ਆਪਾਂ ਡਿਲੇ ਨਾ ਕਰੀਏ, ਲੇਟ ਨਾ ਹੋਈਏ। That's right. ਤੇ ਜੇ ਅੱਜ ਤੁਹਾਨੂੰ ਇਸ ਵਚਨ ਨਾਲ ਬਰਕਤ ਮਿਲਦੀ ਆ, ਜਾਂ ਤੁਸੀਂ ਹਾਲੇ ਤੱਕ ਪ੍ਰਭੂ ਯਿਸੂ ਮਸੀਹ ਦੀ ਮੌਤ ਬਾਰੇ ਨਹੀਂ ਸੀ ਸੁਣਿਆ, ਜੀ ਉੱਠਣ ਬਾਰੇ ਨਹੀਂ ਸੀ ਸੁਣਿਆ, ਮੌਤ ਬਹੁਤ ਵੱਡੀ ਗੱਲ ਸੀਗੀ ਕਿ ਯਿਸੂ ਮਸੀਹ ਕ੍ਰਾਸ ਦੇ ਉੱਤੇ ਚੜ੍ਹੇ ਸੀਗੇ ਗੁੱਡ ਫਰਾਈਡੇ ਵਾਲੇ ਦਿਨ, ਤੇ ਉਹਨਾਂ ਨੂੰ ਟੰਗਿਆ ਸੀ ਕਿੱਲਾਂ ਦੇ ਨਾਲ, ਛੈਂਟੇ ਖਾਧੇ ਸੀਗੇ। ਪਰ ਜੇ ਉਹ ਮੌਤ, ਇਹ ਸਾਰਾ ਕੁਝ ਦੁੱਖ ਝੱਲ ਕੇ ਵੀ ਜੀਂਦੇ ਨਾ ਹੁੰਦੇ ਤਾਂ ਮੌਤ ਵੀ ਕੁਛ ਮੈਨਾ ਨਹੀਂ ਸੀ ਰੱਖਣੀ। ਕਰਕੇ ਮੌਤ ਦੇ ਨਾਲ ਹੀ ਰਿਲੇਟ ਕੀਤਾ ਕਿ ਉਹਨੇ ਸਾਰੀ ਸਜ਼ਾ ਚੱਕ ਕੇ ਤੇ ਸ਼ੈਤਾਨ ਦੇ ਕੋਲੋਂ ਚਾਬੀਆਂ ਲੈ ਲਈਆਂ, ਉਹ ਤਾਕਤ ਲੈ ਲਈ ਜਿਹੜੀ ਮੁੜ ਕੇ ਪਿਤਾ ਨੇ ਆਪਣੇ ਬੱਚਿਆਂ ਲਈ ਤਿਆਰ ਕੀਤੀ ਸੀਗੀ, ਐਡਮ ਤਾਂ ਈਵ ਨੂੰ ਦਿੱਤੀ ਸੀਗੀ। ਇਸੇ ਕਰਕੇ ਕਿਉਂਕਿ ਯਿਸੂ ਮਸੀਹ ਦਾ ਜੀਵਨ ਜਿਹੜਾ ਸੀ ਉਹ ਪਾਕ ਤੇ ਸਾਫ਼ ਸੀਗਾ, ਉਹਨਾਂ ਦੇ ਜੀਵਨ ਦੇ ਵਿੱਚ ਕੋਈ ਗੁਨਾਹ ਨਹੀਂ ਸੀਗਾ, ਪਰ ਉਹਨਾਂ ਨੇ ਮੇਰੇ ਗੁਨਾਹਾਂ ਵਾਸਤੇ, ਤੁਹਾਡੇ ਗੁਨਾਹਾਂ ਵਾਸਤੇ, ਬਾਕੀ ਦੁਨੀਆ ਦੇ ਗੁਨਾਹਾਂ ਵਾਸਤੇ ਸਾਰਿਆਂ ਦੀ ਸਜ਼ਾ ਕ੍ਰਾਸ ਦੇ ਉੱਤੇ ਚੱਕੀ ਸੀ। ਪਰ ਜਿਹੜੀ ਗੁੱਡ ਨਿਊਜ਼ ਸੀਗੀ, ਸਜ਼ਾ ਚੱਕ ਕੇ ਫਤਿਹ ਪਾ ਲਈ ਕਿ ਮੌਤ ਵੀ ਉਹਨੂੰ ਕਾਬੂ ਨਹੀਂ ਰੱਖ ਸਕੀ, ਕਿਉਂਕਿ ਉਹਨਾਂ ਦਾ ਜੀਵਨ ਸਾਫ਼ ਸੁਥਰਾ ਸੀਗਾ। ਆਮੇਨ।
ਕੀਮਤ ਨਹੀਂ, ਦੁੱਖ ਨਹੀਂ, ਸਾਡੇ ਲਈ ਚੱਲਿਆ ਸੀ। Amen. ਪਰ ਜਿਹੜੀ ਫਤਿਹ ਪਾਈ ਸੀ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਫਤਿਹ ਪਾਈ ਸੀ ਕਰਕੇ ਉਹ ਸਾਫ਼ ਪਵਿੱਤਰ ਸੀਗੇ, ਤੇ ਉਹ ਹੀ ਪਵਿੱਤਰਤਾਈ ਦੇ ਵਿੱਚ ਸਾਨੂੰ ਉਹ ਉਠਾਲ ਸਕਦੇ ਆ। ਕਿਉਂਕਿ ਜਿੱਦਾਂ ਯਹੋਨਾ 14 ਦੇ ਵਿੱਚ ਆਪਾਂ ਪੜ੍ਹਿਆ ਸੀ, ਉਹ ਕਹਿੰਦਾ ਤੁਹਾਡਾ ਦਿਲ ਨਾ ਘਬਰਾਵੇ, ਪਰਮੇਸ਼ਰ ਉੱਤੇ ਨਿਹਚਾ ਕਰੋ ਔਰ ਮੇਰੇ ਉੱਤੇ ਵੀ ਨਿਹਚਾ ਕਰੋ। ਬਹੁਤ ਲੋਕ ਪਰਮੇਸ਼ਰ ਉੱਤੇ ਨਿਹਚਾ ਕਰਨੀ ਪਸੰਦ ਕਰਦੇ ਆ। ਜੇ ਆਪਾਂ ਕਹਿੰਦੇ ਰੱਬ ਤੇ ਨਿਹਚਾ ਕਰ ਲਓ, ਉਹ ਕਹਿੰਦੇ ਅਸੀਂ ਰੱਬ ਤੇ ਯਕੀਨ ਕਰਦੇ ਹਾਂ। ਜੇ ਆਪਾਂ ਕਹਿੰਦੇ ਅੱਲਾ ਤੇ ਯਕੀਨ ਕਰ ਲਓ, ਕਹਿੰਦੇ ਅਸੀਂ ਕਰਦੇ ਹਾਂ। ਸੋ ਰੱਬ ਤਾਂ ਹੈਗਾ ਆ, ਪਰ ਰੱਬ ਨੇ ਇੱਕ ਰਾਹ ਬਣਾਤਾ ਸਾਡੇ ਲਈ, ਉਹ ਹੈਗਾ ਯਿਸੂ ਮਸੀਹ। ਆਮੀਨ। ਤੇ ਸਾਨੂੰ ਉਸ ਰਾਹ ਤੇ ਜੇ ਪਿਤਾ ਨੇ ਸਾਡੇ ਲਈ ਕੋਈ ਚੀਜ਼ ਤਿਆਰ ਕੀਤੀ ਆ ਸਾਡੇ ਫਾਇਦੇ ਲਈ, ਤੇ ਸਾਨੂੰ ਉਹ ਲੈ ਲੈਣੀ ਚਾਹੀਦੀ ਹੈ। ਮੈਂ ਇੱਦਾਂ ਵੀ ਕਹੂੰਗੀ, ਜਿੱਦਾਂ ਮਾਂ ਆਪਣੇ ਬੱਚਿਆਂ ਲਈ ਖਾਣਾ ਤਿਆਰ ਕਰਦੀ ਆ, ਉਹਨਾਂ ਨੂੰ ਸਿੱਖਿਆ ਦਿੰਦੀ ਆ, ਤੇ ਜਿਹੜੇ ਉਹ ਖਾਂਦੇ ਆ ਜਾਂ ਸਿੱਖਿਆ ਲੈਂਦੇ ਆ ਉਹਨਾਂ ਲਈ ਬਲੈਸਿੰਗ ਹੁੰਦੀ ਆ। ਸੋ ਜੇ ਸਾਡੇ ਪਿਤਾ ਨੇ ਜਿਹੜਾ ਸਵਰਗਾਂ ਦੇ ਵਿੱਚ ਆ, ਜਿਹੜੇ ਆਪਾਂ ਯਕੀਨ ਕਰਦੇ ਹਾਂ ਕਿ ਪਰਮੇਸ਼ਵਰ ਹੈਗਾ ਆ, ਜੇ ਹੈਗਾ ਆ, ਮੈਂ ਇੱਦਾਂ ਭਰੋਸਾ ਕਰਦੀ ਹਾਂ ਕਿ ਬਹੁਤ ਦੁਨੀਆ ਤੇ ਬਹੁਤ ਜ਼ਿਆਦਾ ਲੋਕ ਆ ਜਿਹੜੇ ਭਰੋਸਾ ਕਰਦੇ ਆ, ਥੋੜੇ ਲੋਕ ਆ ਜਿਹੜੇ ਇਸ ਗੱਲ ਨੂੰ ਨਹੀਂ ਮੰਨਦੇ ਕਿ ਪਰਮੇਸ਼ਵਰ ਹੈਗਾ ਆ। ਪਰ ਜਿਹੜੇ ਯਿਸੂ ਮਸੀਹ ਨੇ ਰਾਹ ਤਿਆਰ ਕੀਤਾ, ਉਹ ਤੇ ਬਹੁਤ ਥੋੜੇ ਲੋਕ ਆ ਜਿਹੜੇ ਯਕੀਨ ਕਰਦੇ ਆ, ਕਿਉਂਕਿ ਉਹਨਾਂ ਨੂੰ ਲੱਗਦਾ ਇਹ ਮਨ ਘੜਤ ਕਹਾਣੀ ਆ। ਪਰ ਯਿਸੂ ਮਸੀਹ ਨੇ ਸਾਡੇ ਪਾਪਾਂ ਦੀ ਖਾਤਰ, ਜਿਹੜਾ ਪਾਪ ਦੁਨੀਆ ਦੇ ਵਿੱਚ ਆ ਗਿਆ ਸੀਗਾ, ਉਹਦੀ ਕੀਮਤ ਚੁਕਾਈ ਤੇ ਉਹ ਜੀਂਦੇ ਹੋ ਗਏ। ਜਿੱਦਾਂ ਸੱਚੀ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਫਲਾਣੇ ਨੇ ਆਹ ਕੁਰਬਾਨੀ ਦਿੱਤੀ, ਉਹ ਕੁਰਬਾਨੀ ਦਿੱਤੀ, ਮੈਂ ਉਹਨਾਂ ਦੇ ਵਿਰੁੱਧ ਨਹੀਂ ਹੈਗੀ, ਪਰ ਕਿਸੇ ਨੇ ਵੀ ਕਿਹਾ ਨਹੀਂ ਕਿ ਮੈਂ ਤੁਹਾਡੇ ਵਾਸਤੇ ਆਪਣੀ ਜਾਨ ਦਿੱਤੀ ਹੈ। ਸਿਰਫ ਯਿਸੂ ਮਸੀਹ ਨੇ ਕਿਹਾ। ਔਰ ਇਹਦੇ ਵਿੱਚ ਗਾਹਾਂ ਜਾ ਕੇ ਉਹ ਕਹਿੰਦਾ ਆ, ਮੇਰੇ ਪਿਤਾ ਦੇ ਘਰ ਵਿੱਚ ਬਹੁਤ ਸਾਰੇ ਨਿਵਾਸ ਹਨ, ਨਹੀਂ ਤਾਂ ਮੈਂ ਤੁਹਾਨੂੰ ਕਹਿੰਦਾ ਕਿਉਂ, ਜੋ ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਜਾਂਦਾ ਹਾਂ। ਔਰ ਜੇ ਮੈਂ ਜਾ ਕੇ ਤੁਹਾਡੇ ਲਈ ਜਗ੍ਹਾ ਤਿਆਰ ਕਰਾਂ ਤਾਂ ਫਿਰ ਆਣ ਕੇ ਤੁਹਾਨੂੰ ਆਪਣੇ ਕੋਲ ਲੈ ਲਵਾਂਗਾ, ਭਈ ਜਿੱਥੇ ਮੈਂ ਹਾਂ ਤੁਸੀਂ ਵੀ ਹੋਵੋ, ਔਰ ਜਿੱਥੇ ਮੈਂ ਜਾਂਦਾ ਹਾਂ ਤੁਸੀਂ ਉਹਦਾ ਰਾਹ ਜਾਣਦੇ ਹੋ। ਥੋਮਾ ਨੇ ਉਹਨੂੰ ਆਖਿਆ, ਪ੍ਰਭੂ ਜੀ ਸਾਨੂੰ ਇਹ ਵੀ ਪਤਾ ਨਹੀਂ ਤੂੰ ਕਿੱਥੇ ਜਾਂਦਾ ਹੈ, ਫਿਰ ਰਾਹ ਕੀ ਕਰ ਜਾਣੀ ਹੈ। ਯਿਸੂ ਨੇ ਉਹਨੂੰ ਆਖਿਆ, ਰਾਹ ਅਤੇ ਸੱਚਾਈ ਅਤੇ ਜੀਵਨ ਮੈਂ। ਸੋ ਜੇ ਆਪਾਂ ਨੂੰ ਰਾਹ ਦਾ ਨਹੀਂ ਪਤਾ ਵੀ ਸਵਰਗਾਂ ਨੂੰ ਕਿਹੜਾ ਰਾਹ ਜਾਂਦਾ ਹੈ, ਕਿੱਦਾਂ ਅਸੀਂ ਕਰੀਏ, ਕਿੱਧਰ ਦੀ ਜਾਈਏ, ਉੱਥੇ ਕਾਰ ਨਹੀਂ ਜਾਣੀ ਹੈਗੀ, ਉੱਥੇ ਹੈਲੀਕਾਪਟਰ ਨਹੀਂ ਜਾਣਾ, ਉੱਥੇ ਜਹਾਜ਼ ਵੀ ਨਹੀਂ ਜਾਣਾ, ਕਿਸ਼ਤੀ ਵੀ ਨਹੀਂ ਜਾਣੀ, ਪਰ ਸਿਰਫ ਯਿਸੂ ਮਸੀਹ ਕਹਿੰਦਾ ਮੈਂ ਰਾਹ ਹੈ। ਇਹਦਾ ਕੀ ਮਤਲਬ? ਯਿਸੂ ਮਸੀਹ ਹੀ ਬੂਹਾ ਆ, ਉਸ ਬੂਹੇ ਦੇ ਥਾਣੀ ਅਸੀਂ ਵੜ ਸਕਦੇ ਹਾਂ। ਆਮੀਨ। ਨੇਚਾ ਰੱਖ ਕੇ ਉਸ ਬੂਹੇ ਦੇ ਵਿੱਚ ਕਿ ਹਾਂ ਯਿਸੂ ਮਸੀਹ ਮੇਰੇ ਵਾਸਤੇ ਮਰ ਗਿਆ ਤੇ ਮੁਰਦਿਆਂ ਵਿੱਚੋਂ ਫੇਰ ਜੀ ਉੱਠਿਆ ਆ, ਤੇ ਉਹ ਸਵਰਗਾਂ ਦੇ ਵਿੱਚ ਬੈਠਾ, ਤੇ ਉਹ ਕਹਿੰਦਾ ਮੈਂ ਤੁਹਾਨੂੰ ਲੈਣ ਆਊਂਗਾ, ਜਿੱਥੇ ਮੈਂ ਹੋਊਂਗਾ ਤੁਸੀਂ ਵੀ ਮੇਰੇ ਨਾਲ ਹੋਗੇ। ਬਹੁਤ ਸਾਰੇ ਮੇਰੇ ਭੈਣ ਭਰਾ ਜਦੋਂ ਕੋਈ ਇਸ ਦੁਨੀਆ ਦੇ ਵਿੱਚੋਂ ਕੋਈ ਚਲ ਜਾਂਦਾ ਹੈ ਉਹਨਾਂ ਦਾ ਪਿਆਰਾ, ਤੇ ਬਹੁਤ ਲੋਕ ਜਿਹੜੇ ਧਾਰਮਿਕ ਆਪਣੇ ਆਪ ਨੂੰ ਕਹਿੰਦੇ ਆ, ਉਹ ਅਰਦਾਸ ਕਰਦੇ ਆ ਅਖੀਰੀ ਟਾਈਮ ਤੇ ਕਿ ਇਹਨਾਂ ਨੂੰ ਆਪਣੀ ਜਗ੍ਹਾ, ਪਰਮੇਸ਼ਰ ਦੇ ਮੂਹਰੇ ਅਰਦਾਸ ਕਰਦੇ ਆ, ਇਹਨਾਂ ਨੂੰ ਆਪਣੀ ਚਰਨਾਂ ਦੇ ਵਿੱਚ ਜਗ੍ਹਾ ਦਿਓ। ਉਸ ਵੇਲੇ ਟਾਈਮ ਨਹੀਂ ਹੈਗਾ ਚਰਨਾਂ ਦੇ ਵਿੱਚ ਜਗ੍ਹਾ ਲੈਣ ਨੂੰ, ਉਸ ਵੇਲੇ ਟਾਈਮ ਨਹੀਂ ਹੈਗਾ ਉਹਨਾਂ ਦੇ ਮੂਹਰੇ ਜਾਣ ਨੂੰ। ਟਿਕਟ ਪਹਿਲਾਂ ਜਦੋਂ ਅਸੀਂ ਜੀਂਦੇ ਆ ਸਾਨੂੰ ਲੈਣਾ ਪੈਣਾ ਹੈ। ਆਮੀਨ। ਯਿਸੂ ਮਸੀਹ ਹੀ ਰਾਹ, ਸੱਚਾਈ ਤੇ ਜੀਵਨ ਆ, ਤੇ ਉਹਨੇ ਕਿਹਾ ਮੈਂ ਹੀ ਬੂਹਾ ਆ, ਜਿਹੜਾ ਇਸ ਬੂਹੇ ਥਾਣੀ ਵੜੂਗਾ ਉਹ ਜੀਵਨ ਪਾਊਗਾ। ਸੋ ਅੱਜ ਸੋਚਣ ਦਾ ਮੌਕਾ ਤੁਹਾਡੇ ਕੋਲ ਹੈਗਾ ਆ, ਤੁਸੀਂ ਕੀ ਕਰਨਾ ਹੈ। ਕੀ ਸੱਚੀ ਇਸ ਰਾਹ ਨੂੰ, ਜਿੱਦਾਂ ਥੋਮਾ ਨੇ ਕਿਹਾ ਸਾਨੂੰ ਪਤਾ ਨਹੀਂ ਤੂੰ ਕਿੱਧਰ ਦੀ, ਕਿਹੜਾ ਰਾਹ ਉੱਥੇ ਨੂੰ ਜਾਂਦਾ ਹੈ। ਜੇ ਤੁਹਾਨੂੰ ਨਹੀਂ ਸੀ ਪਤਾ ਅੱਜ ਤੱਕ, ਬਹੁਤ ਵਾਰੀ ਹੁਣ YouTube ਤੇ Facebook ਤੇ ਬਹੁਤ ਸਾਰਾ ਦੁਨੀਆ ਦੇ ਵਿੱਚ ਯਿਸੂ ਮਸੀਹ ਦਾ ਪ੍ਰਚਾਰ ਹੁੰਦਾ ਆ, ਤੇ ਬਹੁਤ ਸਾਰੀ ਦੁਨੀਆ ਦੇ ਵਿੱਚ ਈਸਟਰ, ਕ੍ਰਿਸਮਸ ਮਨਾਇਆ ਜਾਂਦਾ ਹੈ, ਤੇ ਮੈਂ ਉਮੀਦ ਰੱਖਦੀ, ਮੈਂ ਭਰੋਸਾ ਰੱਖਦੀ ਹਾਂ ਕਿ ਤੁਸੀਂ ਇਹਨਾਂ ਵਚਨਾਂ ਨੂੰ ਸੁਣਿਆ ਆ, ਤੇ ਤੁਹਾਨੂੰ ਪਤਾ ਲੱਗਦਾ ਆ ਕਿ ਰਾਹ, ਸੱਚਾਈ ਤੇ ਜੀਵਨ ਮੈਂ। ਹੋ ਸਕਦਾ ਸਾਡੀ ਸਮਝ ਤੋਂ ਪਰਾਂ ਆ ਕਿ ਇਹ ਸਭ ਕੁਝ ਕਿੱਦਾਂ ਹੋ ਗਿਆ, ਪਰ ਮੇਰੀ ਸਮਝ ਤੋਂ ਤਾਂ ਇਹ ਵੀ ਪਰਾਂ ਆ ਕਿ ਨਿੱਕੇ ਜਿਹੇ ਟੈਲੀਵਿਜ਼ਨ ਦੇ ਵਿੱਚ ਦੀ ਜਾਂ ਫੇਸਬੁੱਕ ਦੇ ਵਿੱਚ ਦੀ ਇਹ ਨਿੱਕੀਆਂ ਨਿੱਕੀਆਂ ਤਾਰਾਂ ਲਾ ਕੇ ਸਾਡੀਆਂ ਸ਼ਕਲਾਂ ਕਿੱਦਾਂ ਆ ਗਈਆਂ।
ਮੇਰੀ ਸਮਝ ਤੋਂ ਬਾਅਦ ਇਹ ਵੀ ਆ ਕਿ ਇੱਕ ਜਿਹੜਾ ਬੀ ਆ ਉਹ ਇੰਨਾ ਵੱਡਾ ਦਰਖਤ ਕਿੱਦਾਂ ਬਣ ਜਾਂਦਾ, ਪਰ ਤੁਸੀਂ ਉਹਦਾ ਫਰੂਟ ਵੀ ਖਾ ਲੈਂਦੇ, ਤੁਸੀਂ ਟੀਵੀ ਵੀ ਦੇਖਦੇ ਇੰਜੋਏ ਕਰਦੇ ਆ, ਤੁਸੀਂ ਹੋਰ ਚੀਜ਼ਾਂ ਜਿਹੜੀਆਂ ਤੁਹਾਡੀਆਂ ਸਮਝ ਤੋਂ ਪਰਾਂ ਹੈ, ਬਿਜਲੀ ਆਉਂਦੀ ਹੈ ਇੱਕ ਸੁੱਚ ਦੱਬਣ ਨਾਲ, ਉਹਨੂੰ ਵੀ ਜਗਾਉਂਦੇ ਆ। ਫਿਰ ਯਿਸੂ ਮਸੀਹ ਨੂੰ ਵੀ ਕਬੂਲ ਕਰ ਲਓ, ਉਹ ਵੀ ਜੇ ਸਾਡੀ ਸਮਝ ਤੋਂ ਬਾਹਰ ਵਾ, ਪਵਿੱਤਰ ਆਤਮਾ ਤੁਹਾਨੂੰ ਆਪ ਬੁੱਧ ਤੇ ਅਕਲ ਦਊਗਾ, ਸਮਝ ਦਊਗਾ ਤੇ ਰਾਹ ਵੀ ਦੱਸੂਗਾ। ਸਿਰਫ ਇੰਨਾ ਕਬੂਲ ਕਰੋ ਕਿ ਹਾਂ ਯਿਸੂ ਮਸੀਹ ਆਇਆ ਸੀ ਮੇਰੇ ਗੁਨਾਹਾਂ ਦੀ ਖਾਤਰ, ਤੇ ਤੀਸਰੇ ਦਿਨ ਉਹਨੇ ਸਜ਼ਾ ਚੱਕ ਕੇ ਤੀਸਰੇ ਦਿਨ ਉਹ ਜੀ ਉੱਠਿਆ ਤੇ ਅੱਜ ਵੀ ਜਿੰਦਾ ਹੈ। ਬਹੁਤ ਸਾਰੇ ਲੋਕ ਅਸੀਂ ਦੇਖੇ ਜਿਹੜੇ ਮਸੀਹ ਵਿੱਚ ਵੀ ਨਹੀਂ ਸੀ, ਇੱਕ ਦੋ ਮੈਂ ਕਹਾਣੀਆਂ ਸੁਣੀਆਂ ਕਿ ਉਹ ਜੀਂਦੇ ਹੋ ਗਏ, ਪਰ ਸੱਚੀ ਹੈ ਚਾਹੇ ਉਹ ਮਸੀਹ ਵਿੱਚ ਜੀਂਦੇ ਹੋਏ ਸੀਗੇ ਜਾਂ ਯਿਸੂ ਮਸੀਹ ਨੇ ਮੁਰਦਿਆਂ ਵਿੱਚੋਂ ਲੋਕਾਂ ਨੂੰ ਬਹੁਤਿਆਂ ਨੂੰ ਜਗਾਇਆ ਸੀ, ਪਰ ਫਿਰ ਵੀ ਉਹਨਾਂ ਨੂੰ ਇੱਕ ਦਿਨ ਮੌਤ ਦਾ ਸਾਹਮਣਾ ਕਰਨਾ ਪਿਆ ਸੀ ਤੇ ਆਪਾਂ ਨੂੰ ਵੀ ਕਰਨਾ ਪੈਣਾ ਹੈ। ਪਰ ਯਿਸੂ ਮਸੀਹ ਜੀਂਦੇ ਹੋ ਕੇ ਸਦਾ ਵਾਸਤੇ ਜੀਂਦੇ ਆ। ਜਦੋਂ ਅਸੀਂ ਇੱਕ ਦਿਨ ਮੌਤ ਦਾ ਸਾਹਮਣਾ ਕਰਨਾ ਆ, ਇਸ ਦੁਨੀਆ ਨੂੰ ਛੱਡਣਾ ਆ, ਮੌਤ ਕੀ ਆ? ਇੱਕ ਦੂਏ ਤੋਂ ਅਲੱਗ ਹੋਣਾ। ਇਸ ਦੁਨੀਆ ਤੋਂ ਅਲੱਗ ਹੋ ਕੇ ਅਸੀਂ ਕਿੱਥੇ ਜਾਣਾ ਹੈ? ਇਹ ਮੌਤ ਆ। ਜੇ ਅਸੀਂ ਪਰਮੇਸ਼ਰ ਦੇ ਨਾਲ ਯਿਸੂ ਮਸੀਹ ਦੇ ਰਾਸਤੇ ਦੇ ਵਿੱਚ ਆ ਗਏ ਤੇ ਅਸੀਂ ਪਰਮੇਸ਼ਰ ਦੇ ਨਾਲ ਜਾਵਾਂਗੇ। ਤੇ ਜਿਹੜੀ ਦੂਸਰੀ ਮੌਤ ਕਹੀ ਜਾਂਦੀ ਹੈ, ਤਾਂ ਹੀ ਸਾਰੇ ਅਰਦਾਸ ਕਰਦੇ ਕਿ ਆਪਣੀ ਚਰਨਾਂ ਵਿੱਚ ਜਗ੍ਹਾ ਦਿਓ। ਮੂੰਹੋਂ ਕਈ ਵਾਰੀ ਉਹ ਕੁਛ ਕਹਿੰਦੇ ਹੋਰ ਆ, ਯਕੀਨ ਹੋਰ ਕੁਛ ਕਰਦੇ। ਫਿਰ ਇੱਕ ਜਗ੍ਹਾ ਹੋਰ ਹੈਗੀ ਆ ਜਿਹੜੀ ਸਾਡੀ ਮੌਤ ਦੂਜੀ ਆ, ਉਹ ਪਰਮੇਸ਼ਰ ਤੋਂ ਅਲੱਗ ਵਾ, ਜਿਹਨੂੰ ਆਪਾਂ ਨਰਕ ਕਹਿੰਦੇ ਆ, ਜਿਹਨੂੰ ਬੈਰੀ ਨੇ ਅੱਗ ਬਾਲੀ ਹੋਈ, ਉੱਥੇ ਜਾਣਾ ਹੈ। ਸੋ ਆਪਾਂ ਇੱਕ ਮੌਤ ਤੋਂ ਅਵੋਇਡ ਕਰ ਸਕਦੇ ਹਾਂ, ਇਸ ਦੁਨੀਆ ਤੋਂ ਤਾਂ ਸਭ ਨੇ ਜਾਣਾ ਹੈ। ਇਹ ਪੱਕੀ ਹਕੀਕਤ ਸੱਚਾਈ ਚੀਜ਼ ਆ, ਜਿਹੜੀ ਮਰਜ਼ੀ ਉਮਰ 'ਚ ਜਾਈਏ, ਜਿੱਦਾਂ ਮਰਜ਼ੀ ਜਾਈਏ, ਪਰ ਇੱਕ ਦਿਨ ਜਾਣਾ ਜਿਹਨੇ ਇੱਥੇ ਜਨਮ ਲਿਆ। ਪਰ ਦੂਸਰੀ ਮੌਤ ਤੋਂ ਆਪਾਂ ਬਚਾ ਕਰ ਸਕਦੇ ਹਾਂ ਜਦੋਂ ਅਸੀਂ ਯਿਸੂ ਮਸੀਹ ਨੂੰ ਆਪਣਾ ਰਾਹ ਬਣਾ ਲਿਆ, ਜਦੋਂ ਯਿਸੂ ਮਸੀਹ ਤੇ ਨਿਹਚਾ ਕਰਨ ਲੱਗ ਪਏ। ਸੋ ਮੇਰੀ ਪ੍ਰਾਰਥਨਾ ਆ, ਮੇਰੀ ਰਿਕੁਐਸਟ ਆ ਕਿ ਜਿੰਨੇ ਵੀ ਅੱਜ ਤੁਸੀਂ ਇਹ ਵਚਨ ਸੁਣ ਰਹੇ ਆ, ਬਹੁਤ ਸਾਰੇ ਮੈਂ ਉਮੀਦ ਰੱਖਦੀ ਜਿਹੜੇ ਦੇਖਦੇ ਉਹ ਪ੍ਰਭੂ ਦੇ ਵਿੱਚ ਹੈਗੇ ਆ, ਤੇ ਬਹੁਤ ਸਾਰਿਆਂ ਨੇ ਨਹੀਂ ਤੋਬਾ ਕੀਤੀ ਜਾਂ ਯਕੀਨ ਨਹੀਂ ਕੀਤਾ। ਤੁਹਾਡੇ ਤੇ ਵੀ ਪ੍ਰਭੂ ਕਿਰਪਾ ਕਰੇ, ਕਿਉਂਕਿ ਉਹ ਪਿਆਰ ਵਾਲਾ ਪਰਮੇਸ਼ਰ। ਆਮੀਨ। ਓਕੇ ਜੀ, ਆਹ ਜਿਹੜੀ ਵੀਡੀਓ ਜ਼ਰੂਰ ਦੂਸਰੇ ਨਾਲ ਸ਼ੇਅਰ ਕਰਨੀ। ਜੇ ਹਲੇ ਨਹੀਂ ਲਿੰਕ ਭੇਜਿਆ, ਹੁਣ ਭੇਜ ਦੇਣਾ, ਤੇ ਉਹ ਵੀ ਇਸ ਜੀ ਉੱਠਣ ਬਾਰੇ ਦੇਖ ਸਕਣ, ਤੇ ਉਹ ਵੀ ਇਹ ਮੁਕਤੀ ਪਾ ਲੈਣ। ਸੋ ਜ਼ਰੂਰ ਹੁਣ ਆਪਾਂ ਪ੍ਰੇ ਕਰਾਂਗੇ, ਸਪੈਸ਼ਲੀ ਉਹਨਾਂ ਵਾਸਤੇ ਪ੍ਰੇ ਕਰਨੀ ਜਿਹੜਾ ਇਸ ਵੇਲੇ ਪਾਉਣਾ ਚਾਹੁੰਦੇ ਆ, ਜਿਹੜੇ ਚਾਹੁੰਦੇ ਆ ਵੀ ਜਦੋਂ ਅਸੀਂ ਇਹ ਦੁਨੀਆ ਛੱਡ ਕੇ ਗਏ ਤੇ ਸਾਡੇ ਵਾਸਤੇ ਵੀ ਜਗ੍ਹਾ ਤਿਆਰ ਹੋਈ ਹੋਵੇ, ਅਸੀਂ ਵੀ ਉੱਥੇ ਜਾ ਸਕੀਏ। ਫਿਰ ਆਪਾਂ ਉਹਨਾਂ ਵਾਸਤੇ ਪ੍ਰੇ ਕਰਾਂਗੇ ਜਿਹੜੇ ਇਸ ਵੇਲੇ ਬਿਮਾਰ ਆ, ਕੋਈ ਵੀ ਕਰਕੇ, ਜੇ ਉਹ ਜੀਂਦਾ ਆ ਫਿਰ ਉਹ ਅੱਜ ਕੱਲ੍ਹ ਵੀ ਲੋਕਾਂ ਨੂੰ ਠੀਕ ਕਰਦਾ ਆ, ਤੇ ਉਹ ਤੁਹਾਨੂੰ ਠੀਕ ਕਰੂਗਾ, ਸ਼ਿਫਾ ਦੇਊਗਾ। ਸੋ ਪਹਿਲਾਂ ਆਪਾਂ ਉਹਨਾਂ ਵਾਸਤੇ ਪ੍ਰੇ ਕਰਦੇ ਆ ਜਿਹੜੇ ਅੱਜ ਪਰਮੇਸ਼ਰ ਨੂੰ ਆਪਣੇ ਜੀਵਨ ਵਿੱਚ ਸੱਦਣਾ ਚਾਹੁੰਦੇ ਆ। ਥੈਂਕ ਯੂ ਫਾਦਰ। ਸਵਰਗ ਪਿਤਾ, ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਆ। ਮੇਰੇ ਭੈਣ ਭਰਾਵਾਂ ਨੇ ਬਹੁਤਿਆਂ ਨੇ ਬਹੁਤ ਵਧੀਆ ਕਲੀਅਰਲੀ ਮੈਸੇਜ ਸੁਣਿਆ, ਪਰ ਸਵਰਗ ਪਿਤਾ ਹੋ ਸਕਦਾ ਉਹ ਸ਼ੋਰ ਨਾ ਹੋਣ, ਹੋ ਸਕਦਾ ਉਹਨਾਂ ਨੂੰ ਪਤਾ ਵੀ ਉਹਨੇ ਹਾਲੇ ਨਹੀਂ ਮੁਕਤੀ ਪਾਈ ਹੈਗੀ। ਤਾਂ ਸਵਰਗ ਪਿਤਾ ਅਸੀਂ ਯਿਸੂ ਮਸੀਹ ਦੇ ਨਾਂ ਦੇ ਵਿੱਚ ਮੰਗਦੇ ਆ, ਜਦੋਂ ਅੱਜ ਤੁਹਾਡੇ ਸਾਹਮਣੇ ਆਪਣੇ ਪਾਪਾਂ ਦਾ ਇਕਰਾਰ ਕਰਦੇ ਆ, ਤੋਬਾ ਕਰਦੇ ਆ, ਸਵਰਗ ਉਹਨਾਂ ਦੇ ਪਾਪ ਮਾਫ ਕਰ ਦਿਓ ਤੇ ਉਹਨਾਂ ਨੂੰ ਆਪਣੇ ਬੇਟੇ ਬੇਟੀਆਂ ਬਣਾ ਦਿਓ। ਆਮੀਨ। ਸਵਰਗ ਪਿਤਾ ਉਹ ਯਕੀਨ ਰੱਖਦੇ, ਭਰੋਸਾ ਰੱਖਦੇ ਆ ਯਿਸੂ ਮਸੀਹ ਮੁਰਦਿਆਂ ਵਿੱਚੋਂ ਜੀ ਉੱਠਿਆ ਸੀ, ਤੇ ਇੱਕ ਦਿਨ ਉਹਨਾਂ ਨੂੰ ਵੀ ਤੁਸੀਂ ਉਠਾ ਲੈਣਾ। ਇਸ ਕਰਕੇ ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਹਾਂ। ਤੇ ਸਵਰਗ ਪਿਤਾ ਅਸੀਂ ਉਹਨਾਂ ਵੀ ਭੈਣ ਭਰਾਵਾਂ ਵਾਸਤੇ ਪ੍ਰੇ ਕਰਦੇ ਹਾਂ ਜਿਨ੍ਹਾਂ ਦੇ ਇਸ ਵੇਲੇ ਸਰੀਰ ਵਿੱਚ ਕੋਈ ਕਮੀ ਕਮਜ਼ੋਰੀ ਹੈ, ਕਿਸੇ ਤਰ੍ਹਾਂ ਬਿਮਾਰੀ ਆ, ਜਾਂ ਸਵਰਗ ਪਿਤਾ ਉਹਨਾਂ ਦੇ ਮਾਈਂਡ ਦੇ ਵਿੱਚ, ਦਿਮਾਗ ਵਿੱਚ ਕੋਈ ਬਿਮਾਰੀ, ਜਾਂ ਆਤਮਾ ਦੇ ਵਿੱਚ ਕੋਈ ਬਿਮਾਰੀ ਆ। ਸਵਰਗ ਪਿਤਾ ਅਸੀਂ ਯਿਸੂ ਮਸੀਹ ਦੇ ਨਾਂ ਦੇ ਵਿੱਚ ਮੰਗਦੇ ਹਾਂ, ਜਦੋਂ ਅਸੀਂ ਅੱਜ ਹੁਣੇ ਹੀ ਪ੍ਰੇ ਕਰਦੇ ਹਾਂ ਸਵਰਗ ਪਿਤਾ, ਹੁਣੇ ਉਹਨਾਂ ਦੇ ਜੀਵਨ ਦੇ ਵਿੱਚ ਸ਼ਿਫਾ ਆ ਜਾਵੇ, ਛੁਟਕਾਰਾ ਮਿਲ ਜਾਵੇ, ਤਾਂ ਸਵਰਗ ਪਿਤਾ ਉਹ ਫਰੀਡਮ ਪਾ ਲੈਣ। ਸਵਰਗ ਪਿਤਾ ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਹਾਂ ਕਰਕੇ ਇਸ ਕੰਮ ਨੂੰ ਯਿਸੂ ਮਸੀਹ ਆਏ ਸੀਗੇ ਸਾਨੂੰ ਆਜ਼ਾਦ ਕਰਦੇ ਆ। ਇਸ ਕਰਕੇ ਅਸੀਂ ਹੁਕਮ ਦਿੰਦੇ ਹਾਂ, ਕੈਂਸਰ ਦੀਆਂ ਬਿਮਾਰੀਆਂ, ਦਿਲ ਦੀਆਂ ਬਿਮਾਰੀਆਂ, ਕਿਡਨੀ ਦੀਆਂ ਬਿਮਾਰੀਆਂ, ਲਿਵਰ ਦੀਆਂ ਬਿਮਾਰੀਆਂ, ਖੂਨ ਦੀਆਂ ਬਿਮਾਰੀਆਂ, ਯਿਸੂ ਮਸੀਹ ਦੇ ਨਾਂ ਦੇ ਵਿੱਚ ਐਸੇ ਵੇਲੇ ਸਰੀਰਾਂ ਨੂੰ ਛੱਡ ਕੇ ਚੱਲ ਜਾਣ।
ਸੌਰੀ ਗੁੱਤਾ ਜਿੰਨੇ ਵੀ ਡਿਪਰੈਸ਼ਨ ਆਪਰੇਸ਼ਨ ਦੇ ਥੱਲੇ ਆ ਅਸੀਂ ਯਿਸੂ ਮਸੀਹ ਦੇ ਨਾਲ ਹੁਕਮ ਦਿੰਦੇ ਆ ਐਸੇ ਵੇਲੇ ਠੀਕ ਹੋਣਾ ਪੈ ਸੌਰੀ ਗੁੱਤਾ ਅਸੀਂ ਤੁਹਾਡਾ ਧੰਨਵਾਦ ਤੁਹਾਡੀ ਵਡਿਆਈ ਕਰਦੇ ਆ ਤੁਸੀਂ ਸਾਡੇ ਭੈਣ ਭਰਾਵਾਂ ਨੂੰ ਆਜ਼ਾਦ ਕਰ ਰਹੇ ਆ ਉਹਨਾਂ ਨੂੰ ਫ੍ਰੀ ਕਰ ਰਹੇ ਆ ਸ਼ੈਤਾਨ ਦੀ ਸ਼ਕਤੀ ਟੁੱਟ ਗਈ ਆ ਤਾਂ ਸੌਰੀ ਗੁੱਤਾ ਉਹ ਫ੍ਰੀ ਆ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਮੇਨ ਆਮੇਨ ਹਾਂਜੀ ਮੈਂ ਇੱਕ ਡਿਸਕਸ ਕਰਨਾ ਨਹੀਂ ਠੀਕ ਨੋਟਿਸ ਦੇਣ ਲੱਗੀ ਹਾਂ ਕਿ ਆਪਾਂ ਸੰਡੇ ਨੂੰ 3:30 ਵਜੇ ਚਰਚ ਦੇ ਵਿੱਚ ਇਕੱਠੇ ਹੁੰਦੇ ਆ 3 ਹਫ਼ਤੇ ਰਹਿ ਗਏ ਆ ਸੋ ਜੇ ਤੁਸੀਂ ਬੁੱਕ ਕਰਨਾ ਚਾਹੁੰਦੇ ਆ ਓਲਡ ਨੇਸ਼ਨ ਚਰਚ ਨੂੰ ਆਉਣ ਵਾਸਤੇ 3:30 ਵਜੇ ਤੁਸੀਂ ਜ਼ਰੂਰ ਆਪਣਾ ਨਾਮ ਸਾਨੂੰ ਦੱਸਿਓ ਤਾਂ ਕਿ ਆਪਾਂ ਤੁਹਾਡੇ ਲਈ ਸੀਟ ਰਿਜ਼ਰਵ ਕਰ ਲਈਏ ਕਿਉਂਕਿ ਲਿਮਿਟਿਡ ਨੰਬਰ ਵਾ ਤੇ ਚਾਹੁੰਦੇ ਆ ਕਿ ਜਿੰਨੇ ਆਉਣਾ ਚਾਹੁੰਦੇ ਉਹਨਾਂ ਨੂੰ ਜਗ੍ਹਾ ਮਿਲ ਸਕੇ ਸੋ ਜ਼ਰੂਰ 3:30 ਵਜੇ ਸੰਡੇ ਨੂੰ ਆਪਾਂ ਫੇਰ ਮਿਲਾਂਗੇ ਪਰ ਉਦੋਂ ਪਹਿਲਾਂ ਤੁਸੀਂ ਟੈਕਸਟ ਕਰਕੇ ਜਾਂ ਟੈਲੀਫੋਨ ਕਰਕੇ ਸਾਨੂੰ ਜ਼ਰੂਰ ਦੱਸਿਓ ਤੇ ਅਸੀਂ ਤੁਹਾਡਾ ਨਾਂ ਲਿਖਾਂਗੇ ਤੇ ਰਿਜ਼ਰਵ ਕਰਾਂਗੇ ਤੁਹਾਡੇ ਵਾਸਤੇ ਸੀ ਕਾਫੀ ਸੇਫਟੀ ਆ ਆਪਣੇ ਮਾਸਕ ਲੈ ਕੇ ਆਉਂਦੇ ਆ ਦੂਰੀ ਰੱਖਦੇ ਆ ਜਿੱਦਾਂ ਗਵਰਨਮੈਂਟ ਦੇ ਕਾਨੂੰਨ ਆ ਉਹ ਆਪਾਂ ਪੂਰੇ ਲਾਗੂ ਕਰਦੇ ਆ ਤੇ ਪਰਮੇਸ਼ਰ ਅੱਗੇ ਪ੍ਰਾਰਥਨਾ ਕਰਦੇ ਆ ਕਿ ਪ੍ਰਭੂ ਸਾਨੂੰ ਸਾਰਿਆਂ ਨੂੰ ਉਸ ਬਿਮਾਰੀਆਂ ਤੋਂ ਬਚਾ ਕੇ ਰੱਖੇ ਤੇ ਤੁਸੀਂ ਡਰ ਦੇ ਥੱਲੇ ਨਹੀਂ ਰਹਿਣਾ ਪਰਮੇਸ਼ਰ ਤੁਹਾਡੇ ਨਾਲ ਵਾ ਤੇ ਪਰਮੇਸ਼ਰ ਤੁਹਾਨੂੰ ਬਰਕਤ ਦੇਵੇ ਤੇ ਅਸੀਂ ਆਉਣ ਵਾਲੇ ਟਾਈਮ ਤੇ ਫੇਰ ਤੁਹਾਡੇ ਨਾਲ ਮਿਲਾਂਗੇ ਉਹਨਾਂ ਚਿਰ ਤੁਸੀਂ ਬਲੈਸਡ ਰਹੋ ਪਰਮੇਸ਼ਰ ਦੇ ਵਿੱਚ ਖੁਸ਼ ਰਹੋ ਤੇ ਆਨੰਦ ਰਹੋ ਯਿਸੂ ਮਸੀਹ ਦੇ ਨਾਮ ਵਿੱਚ ਜੈ ਮਸੀਹ ਜੈ ਮਸੀਹ